ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਬਰ ਸੁਰਦਾਰਦਨ ਜਗ ਭਈ, ਰਖੀ ਆਮ ਹੈ ਹੂਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ ਵਡਭਾਗੇ ਹੋ। ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰੀ ਆਪ ਜੀ ਭਰ ਰਹੇ ਹੋ। ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। 18ਵੀਂ ਸਦੀ ਦੇ ਸਿੰਘਾਂ ਦਾ ਗੁਰ ਇਤਿਹਾਸ ਜੋ ਹੈ ਉਹ ਆਪ ਜੀ ਸਰਵਣ ਕਰਦੇ ਆ ਰਹੇ ਹੋ। ਸਿੰਘ ਜਿਹੜੇ ਨੇ ਇਹ ਬਹੁਤ ਇਹਨਾਂ ਦੀਆਂ ਮਿਸਲਾਂ ਅਗਾਂਹ ਤੱਕ ਵੱਧ ਗਈਆਂ। ਕਸੂਰ ਨੂੰ ਫਤਿਹ ਕਰ ਲਿਆ। ਰਾਮਗੜੀਆ ਮਿਸਲ, ਕਨ੍ਹਈਆ ਮਿਸਲ ਜਿਹੜੀ ਹੈ ਹੁਣ ਕਸੂਰ ਦੇ ਕਿਲੇ ਨੂੰ ਜਿਹੜੀ ਹੈ ਉੱਥੇ ਦਿਲੇ ਰਾਮ ਜੋ ਦਿੱਲੀ ਦਾ ਦੀਵਾਨ ਸੀ ਬੇਗਮ ਦਾ, ਉਹਨੇ ਆਪਣਾ ਖਜ਼ਾਨਾ ਪਹਿਲਾਂ ਲਾਹੌਰ ਅਤੇ ਫਿਰ ਕਸੂਰ ਦੇ ਵਿੱਚ ਇਕੱਠਾ ਕੀਤਾ। ਆਪਣਾ ਪਰਿਵਾਰ ਵੀ ਉੱਥੇ ਲੈ ਆਂਦਾ, ਆਪਣੇ ਪੁੱਤਰ ਵੀ ਉੱਥੇ ਲੈ ਆਂਦੇ ਅਤੇ ਉੱਥੇ ਇੱਕ ਹਵੇਲੀ ਬਣਾ ਕੇ ਜਿਹੜਾ ਸੀ ਰਹਿਣ ਲੱਗਾ। ਜਦੋਂ ਕਸੂਰ ਫਤਿਹ ਕਰ ਲਈ ਸਿੰਘਾਂ ਨੇ ਅਤੇ ਸਭ ਤੋਂ ਪਹਿਲਾਂ ਇਹ ਜਿਹੜੀ ਹਵੇਲੀ ਸੀ ਦਿਲੇ ਰਾਮ ਦੀ, ਇਹਨੂੰ ਜਿਹੜਾ ਹੈ ਉਹ ਲੁੱਟਣਾ ਕਰ ਰਹੇ ਹਨ। ਅਤੇ ਜਦੋਂ ਇਹ ਹਵੇਲੀ ਲੁੱਟੀ ਜਾ ਰਹੀ ਹੈ ਅਤੇ ਉਦੋਂ ਬਾਹਰਲੇ ਜਿਹੜੇ ਲੁਟੇਰੇ ਸਨ, ਹੋਰ ਪਿੰਡਾਂ ਦੇ ਵੀ ਜਿਹੜੇ ਲੋਕ ਸਨ, ਉਹ ਵੀ ਇਹਦੇ ਉੱਤੇ ਜਿਹੜੇ ਸਨ ਉਹ ਝਪਟ ਪਏ। ਕਾਰਨ ਕੀ ਸੀ ਕਿ ਸਭ ਤੋਂ ਜ਼ਿਆਦਾ ਖਜ਼ਾਨਾ 1 ਕਰੋੜ ਰੁਪਏ ਤੱਕ ਤੇ ਨਗਦ ਪੈਸਾ ਸੀ ਇਸ ਹਵੇਲੀ ਦੇ ਅੰਦਰ, ਹੋਰ ਹੀਰੇ ਜਵਾਹਰਾਤ ਪਤਾ ਨਹੀਂ ਕੀ ਕੁਝ ਸੀ। ਇਸ ਕਰਕੇ ਜਿਹਨੂੰ ਵੀ ਪਤਾ ਲੱਗਦਾ ਸੀ ਉਹ ਸਾਰੇ ਇਸੇ ਹਵੇਲੀ ਨੂੰ ਲੁੱਟਣ ਵਾਸਤੇ ਜਿਹੜੇ ਸੀ ਅਗਾਹ ਨੂੰ ਹੁੰਦੇ ਸਨ। ਅਤੇ ਜਦੋਂ ਇਹਨਾਂ ਗੱਲਾਂ ਦਾ ਪਤਾ ਸਰਦਾਰਾਂ ਨੂੰ ਲੱਗਾ, ਜੱਸਾ ਸਿੰਘ ਜੀ ਰਾਮਗੜੀਆ, ਚੜ੍ਹਤ ਸਿੰਘ ਜੀ, ਜੈ ਸਿੰਘ ਕਨ੍ਹਈਆ ਆਦਿਕ, ਉਹਨਾਂ ਨੇ ਨਾ ਫਿਰ ਇਸ ਹਵੇਲੀ ਨੂੰ ਤਾਲਾ ਲਵਾ ਦਿੱਤਾ ਵੀ ਤੁਸੀਂ ਹੁਣ ਇਹ ਹਵੇਲੀ ਨਹੀਂ ਲੁੱਟਣੀ, ਇਹ ਸਰਕਾਰੀ ਜਾਇਦਾਦ ਹੈ, ਇਹ ਖਾਲਸੇ ਦੀ ਜਾਇਦਾਦ ਬਣ ਗਈ ਹੈ। ਵਿਚਲੀ ਗੱਲ ਕੀ ਹੈ, ਆਓ ਕਥਾ ਦੇ ਅੰਦਰ ਅਗਾਂਹ ਸਰਵਣ ਕਰਦੇ ਹਾਂ। ਦਿਓ ਅਸੀਸ, ਅੱਖ ਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਬਰ ਸੁਰਾਤਨ ਜਗ ਭਈ, ਰਖੀ ਆਮ ਹੈ ਹੂਟ। ਆਂਦੇ ਜਦੋਂ ਸਰਦਾਰਾਂ ਨੂੰ ਇਸ ਗੱਲ ਦੀ ਖਬਰ ਭਿਣਕ ਲੱਗੀ ਨਾ ਕਿ ਹਵੇਲੀ ਦੇ ਵਿੱਚ ਬਹੁਤ ਧਨ ਹੈ, ਅਸਮਾਨਾ ਬਹੁਤ ਪਿਆ ਹੈ, ਅਤੇ ਉਹਨਾਂ ਨੇ ਆਮ ਜਨਤਾ ਨੂੰ ਲੁੱਟ ਕਰਨ ਤੋਂ ਜਿਹੜਾ ਸੀ ਉਹ ਗੁਰੇਜ਼ ਕਰ ਦਿੱਤਾ। ਭਾਵ ਉਹਨਾਂ ਆਮ ਮਨੁੱਖਾਂ ਨੂੰ ਹੁਣ ਹਵੇਲੀ ਜਿਹੜੀ ਹੈ ਲੁੱਟਣ ਨਹੀਂ ਦਿੰਦੇ। ਕਹਿੰਦੇ ਹਨ ਕਿ ਇਹ ਸਰਕਾਰੀ ਹੈ ਜੀ। ਚੌਪਈ ਪਹਿਲੋਂ ਲੁਟੇਰੇ ਬੜੇ ਸੁਜਾਏ। ਪਰ ਇਸ ਤੋਂ ਪਹਿਲਾਂ ਲੁਟੇਰੇ ਇਸ ਹਵੇਲੀ ਦੇ ਵਿੱਚ ਜਿਹੜੇ ਸਨ ਨਾ ਉਹ ਵੜ ਚੁੱਕੇ ਸਨ ਜੀ। ਜਿਨ ਦਾ ਲੀਨੇ ਹੱਥ ਰੰਗਾਏ। ਜਿਹਦਾ ਵੀ ਡਾ ਲੱਗਾ ਉਹਨੇ ਹੱਥ ਖਜ਼ਾਨੇ ਦੇ ਉੱਤੇ ਸਾਫ਼ ਕੀਤਾ ਹੈ ਜੀ। ਕਿਨ ਝੋਲੀ ਕਿਨ ਮਗਰੀ ਭਰੀ। ਕਿੰਨੇ ਝੋਲੀਆਂ ਭਰ ਲਈਆਂ, ਕਿਸੇ ਨੇ ਬੋਰੀਆਂ ਭਰ ਲਈਆਂ ਹਨ ਜੀ। ਕਿਨ ਮੋਢੇ ਕਿਨ ਸਿਰ ਤਾ ਪਰ ਧਰੀ। ਕਿਸੇ ਨੇ ਆਪਣੇ ਮੋਢੇ ਤੇ ਉਹ ਪੈਸੇ ਇਕੱਠੇ ਹੋਏ ਲੱਦ ਰਹੇ, ਕਿਸੇ ਨੇ ਸਿਰਾਂ ਦੇ ਉੱਤੇ ਰੱਖ ਲਏ ਹਨ ਜੀ। ਕਿਨ ਚਾਂਦੀ ਕਿਨ ਸੋਨੇ ਪਾਇਓ। ਕਿਸੇ ਨੇ ਸੋਨਾ ਲੁੱਟਿਆ, ਕਿਸੇ ਨੇ ਚਾਂਦੀ ਇਕੱਠੀ ਕਰ ਲਈ ਹੈ ਜੀ। ਜੋ ਪਹੁੰਚਿਓ ਸੋ ਅਯੋ ਅਗਾਇਓ। ਅਯੋ ਅਗਾਇਓ ਦੇ ਅਰਥ ਹਨ ਜਿਹੜਾ ਭੁੱਖਾ ਨੰਗਾ ਸੀ ਉਹ ਰੱਜ ਗਿਆ। ਆਂਦੇ ਜਿਹੜਾ ਉੱਥੇ ਫਿਰ ਖਜ਼ਾਨਾ ਲੁੱਟਣ ਆਇਆ ਉਸ ਹਵੇਲੀ ਦੇ ਵਿੱਚ, ਹੁਣ ਜਿਹੜਾ ਵੀ ਆ ਜਾਂਦਾ ਸੀ ਖਜ਼ਾਨਾ ਤੇ ਬਥੇਰਾ ਪਿਆ ਸੀ। ਹੁਣ ਜਿਹੜਾ ਲੁੱਟੀ ਜਾਂਦਾ ਸੀ ਉਹ ਤ੍ਰਿਪਤ ਹੋਈ ਜਾਂਦਾ ਸੀ। ਕੋਈ ਕੰਗਾਲ ਆ ਜਾਵੇ, ਕੋਈ ਲੁਟੇਰਾ ਆ ਜਾਵੇ, ਉਹ ਰੱਜ ਪੁੱਜ ਕੇ ਜਾਂਦਾ ਪਿਆ ਸੀ ਜੀ। ਧਰ ਧਰ ਗਠਰੇ ਫਿਰ ਜਾਹੇ। ਤੇ ਆਪਣੇ ਪਿੱਠਾਂ ਦੇ ਉੱਤੇ, ਸਿਰਾਂ ਦੇ ਉੱਤੇ ਗਠੜੀਆਂ ਲੱਦ ਲੱਦ ਕੇ ਉਹ ਤੁਰੀ ਜਾ ਰਹੇ ਹਨ ਜੀ। ਕਈਆਂ ਤੇ ਲੈ ਸਰਦਾਰ ਕਬ ਜਾਹੇ। ਤੇ ਕਈਆਂ ਦੇ ਕੋਲੋਂ ਤੇ ਫਿਰ ਜਿਹੜੇ ਸਰਦਾਰ ਸਨ, ਜਦੋਂ ਨੂੰ ਪਤਾ ਲੱਗਾ
ਬਾਬਾ ਸਿੰਘ ਜੱਸਾ ਸਿੰਘ ਜੀ ਹੁਣਾਂ ਨੂੰ, ਚੜ੍ਹਤ ਸਿੰਘ ਜੀ ਹੁਣਾਂ ਨੂੰ, ਜੈ ਸਿੰਘ ਕਨ੍ਹਈਆ ਜੀ ਹੁਣਾਂ ਨੂੰ ਵੀ ਇਹ ਤੇ ਹਵੇਲੀ ਦਾ ਧਨ ਜਿਹੜਾ ਸੀ ਇਹ ਲਈ ਜਾ ਰਹੇ ਨੇ। ਕਈਆਂ ਨੂੰ ਉਹਨਾਂ ਨੇ ਫਿਰ ਰੋਕਣਾ ਕੀਤਾ ਹੈ ਜੀ। ਉਦੋਂ ਫਿਰ ਸਰਦਾਰਾਂ ਨੇ ਇਸ ਗੱਲ ਨੂੰ ਜਿਹੜਾ ਹੈ ਜਾਣਨਾ ਕੀਤਾ ਹੈ ਜੀ। ਇੰਨੀ ਦੌਲਤ ਇੱਕੋ ਹੀ ਹਵੇਲੀ ਦੇ ਵਿੱਚ ਕਿਸ ਤਰ੍ਹਾਂ ਇਕੱਠੀ ਰਹਿ ਗਈ ਜੀ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਸ ਇੱਥੋਂ ਜਿਹੜੇ ਗੱਲ ਬਚਨ ਕੇ ਸਨ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਨੇ ਵੀ ਕੁਝ ਜਿਹੜਾ ਹੈ ਹੁਣ ਤੁਹਾਨੂੰ ਭੁਗਤਣਾ ਪਏਗਾ ਸਮੇਂ ਦੇ ਮੁਤਾਬਕ। ਇਹਨਾਂ ਆਪਸੀ ਸਰਦਾਰਾਂ ਦੇ ਵਿੱਚ ਜਿਹੜੀ ਸੀ ਨਾ ਧਨ ਦੇ ਕਰਕੇ ਜਿਹੜੀ ਸੀ ਲੁੱਟ ਖਸੁੱਟ ਜਿਹੜੀ ਸੀ ਨਾ ਉਹ ਹੋ ਚੁੱਕੀ ਹੈ। ਭਾਵ ਧਨ ਕਰਕੇ ਹੀ ਹੁਣ ਇਹਨਾਂ ਦੇ ਵਿੱਚ ਜਿਹੜੀਆਂ ਸਨ ਉਹ ਝੜਪਾਂ ਹੋ ਜਾਣੀਆਂ ਹਨ ਜੀ। ਤੇ ਏਦਾਂ ਥੋੜਾ ਬਹੁਤਾ ਖਜ਼ਾਨਾ ਜਿਹੜਾ ਸੀ ਨਾ ਸਰਦਾਰਾਂ ਨੇ ਉਹਨਾਂ ਜਾਂਦੇ ਹੋਏ ਲੁਟੇਰਿਆਂ ਕੋਲੋਂ ਵੀ ਆਪਣੇ ਪਾਸ ਰੱਖ ਲਿਆ ਜੀ। ਪਰ ਗੱਲ ਕੀ ਬਣੀ ਕਿ ਹੁਣ ਜਿਹੜਾ ਸਰਦਾਰਾਂ ਨੇ ਇਹ ਧਨ ਲੁੱਟਿਆ ਸੀ, ਮੰਨ ਲਓ ਹਵੇਲੀ ਜਿਹੜੀ ਲੁੱਟ ਰਹੇ ਸਨ, ਆਪਣਾ ਕਬਜ਼ਾ ਕਰ ਲਿਆ। ਕਵੀ ਰਾਜ ਜੀ ਕਹਿੰਦੇ ਇਹਨਾਂ ਦੇ ਕੋਲੋਂ ਵੀ ਇਹ ਧਨ ਜਿਹੜਾ ਹੈ ਨਾ ਅੰਤ ਨੂੰ ਨਹੀਂ ਰਹਿਣਾ ਜੀ। ਜਿਹੜੀਆਂ ਇਹਨਾਂ ਦੀਆਂ ਫੌਜਾਂ ਸਨ ਉਹ ਵੀ ਧਨ ਪਿੱਛੇ ਹੋ ਤੁਰੀਆਂ, ਇਸ ਕਰਕੇ ਇਹ ਇਕੱਲੇ ਇਕੱਲੇ ਸਰਦਾਰ ਰਹਿ ਗਏ ਜੀ। ਕੀ ਹੋਇਆ, ਧਨ ਬਹੁਤਾ ਦੇਖ ਕਰਕੇ ਤੇ ਆਪੋ ਆਪਣੀ ਸਾਰਿਆਂ ਨੂੰ ਪੈ ਗਈ ਕਿ ਮੈਂ ਵੀ ਲੁੱਟ ਲਵਾਂ, ਮੈਂ ਵੀ ਲੁੱਟ ਲਵਾਂ, ਕਿਤੇ ਮੈਂ ਨਾ ਖਾਲੀ ਰਹਿ ਜਾਵਾਂ ਜੀ। ਤੇ ਇੱਥੋਂ ਤੱਕ ਕਿ ਆਮ ਲੋਕ ਵੀ ਜਿਹੜੇ ਸਨ ਲੁੱਟਣੋਂ ਨਹੀਂ ਸਨ ਹਟਦੇ ਜੀ। ਆਂਦੇ ਜਦੋਂ ਫੌਜ ਰੱਜ ਪੁੱਟ ਕੇ ਉਹ ਰੱਜ ਗਈ ਲੁੱਟ ਕਰਕੇ, ਉਦੋਂ ਫਿਰ ਸਰਦਾਰਾਂ ਦੇ ਪਾਸ ਕੁਝ ਸਿਪਾਹੀ ਜਿਹੜੇ ਨੇ ਆਉਣੇ ਕਰਦੇ ਨੇ। ਤੇ ਉਦੋਂ ਫਿਰ ਸਰਦਾਰਾਂ ਨੇ ਜਿਹੜੀ ਦੱਬੀ ਘੁੱਟੀ ਕੁਝ ਮਾਇਆ ਰਹਿ ਗਈ ਸੀ ਨਾ ਉਹ ਇਹਨਾਂ ਛਿਪੇ ਸਲਾਰਾਂ ਆਪਣਿਆਂ ਦੇ ਕੋਲੋਂ ਹੀ ਖੋਹ ਲਈ ਹੈ ਜੀ। ਸੰਗਤ ਜੀ ਉਸ ਸਮੇਂ ਰਾਮਗੜੀਏ ਜਿਹੜੀ ਮਿਸਲ ਸੀ ਜੱਸਾ ਸਿੰਘ ਬਾਬਾ ਜੀ ਦੀ ਤੇ ਇੱਕ ਜੈ ਸਿੰਘ ਕਨ੍ਹਈਆ ਦੀ ਜਿਹੜੀ ਮਿਸਲ ਸੀ ਨਾ, ਇਹ ਦੋ ਮਿਸਲਾਂ ਜਿਹੜੀਆਂ ਸੀ ਨਾ ਕਸੂਰ ਨੂੰ ਜ਼ਿਆਦਾ ਲੁੱਟ ਰਹੀਆਂ ਸਨ ਉਸ ਹਵੇਲੀ ਨੂੰ। ਤੇ ਇਹਨਾਂ ਦੀ ਆਪਸ ਦੇ ਵਿੱਚ ਥੋੜ੍ਹੀ ਰਿਸ਼ਤੇਦਾਰੀ ਸਾਂਝਦਾਰੀ ਵੀ ਸਨ, ਇਸ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਬੜੀ ਬਣਦੀ ਸੀ ਜੀ। ਇੱਕੋ ਥਾਂ ਇਹਨਾਂ ਡੇਰਾ ਲਾਉਂਦੇ ਸਨ ਤੇ ਇਹਨਾਂ ਦਾ ਲੰਗਰ ਪਾਣੀ ਵੀ ਇੱਕ ਥਾਂ ਹੀ ਚੱਲਦਾ ਸੀ ਜੀ। ਇਹ ਜਿਹੜੀ ਕਨ੍ਹਈਆ ਮਿਸਲ ਹੈ ਤੇ ਰਾਮਗੜੀਆ ਮਿਸਲ ਸੀ ਨਾ, ਤੇ ਇਸ ਤਰ੍ਹਾਂ ਇਹ ਕਰਦੇ ਸਨ ਕਾਫੀ ਸਮੇਂ ਤੋਂ ਵੀ ਜਿਹੜੀ ਵੀ ਲੁੱਟ ਕਰਦੇ ਸਨ ਉਹ ਆਪਸ ਦੇ ਵਿੱਚ ਅੱਧੋ ਅੱਧੀ ਵੰਡ ਲੈਂਦੇ ਸਨ ਜੀ। ਬਸ ਇਸ ਤਰ੍ਹਾਂ ਇਹਨਾਂ ਦੋਨਾਂ ਦਾ ਮਤਲਬ ਸੀ ਕਿ ਆਪਾਂ ਜੋ ਲੁੱਟਾਂ ਕਰਾਂਗੇ ਉਹ ਆਪਾਂ ਆਪਸ ਦੇ ਵਿੱਚ ਹੀ ਵੰਡਾਂਗੇ ਜੀ। ਇਸ ਕਰਕੇ ਇਹਨਾਂ ਦਾ ਜਿਹੜਾ ਸੀ ਨਾ ਇਹ ਮੇਲ ਹੋਇਆ ਰਹਿੰਦਾ ਸੀ। ਤੇ ਇੱਕ ਹੋਰ ਜਿਹੜੀ ਕਹਾਣੀ ਹੈ ਇਹਨਾਂ ਦੇ ਮੇਲ ਦੀ ਉਹ ਵੀ ਸੁਣੋ ਜੀ। ਉਹ ਕੀ ਕਹਾਣੀ ਹੈ ਉਹ ਵੀ ਕਵੀ ਰਾਜ ਜੀ ਕਹਿੰਦੇ ਮੈਂ ਸੁਣਾਉਣਾ ਹਾਂ, ਉਹ ਸੁਣੋ ਜੀ। ਜਿਹੜੇ ਕਨ੍ਹਈਏ ਮਿਸਲ ਦੇ ਸਨ, ਜਿਹੜੀ ਕਨ੍ਹਈਆ ਮਿਸਲ ਸੀ ਇਹ ਗੁਰਦਾਸਪੁਰ ਇਲਾਕੇ ਦੇ ਅੰਦਰ ਕਾਨੇ ਕਾਛੇ ਪਿੰਡ ਪੈਂਦਾ ਹੈ, ਉੱਥੋਂ ਦੇ ਰਹਿਣ ਵਾਲੇ ਸਨ ਜੀ। ਤੇ ਜਿਹੜੇ ਰਾਮਗੜੀਆ ਮਿਸਲ ਦੇ ਬਾਬਾ ਜੱਸਾ ਸਿੰਘ ਜੀ ਸਨ, ਇਹਨਾਂ ਦੇ ਉਹ ਕਾਨੇ ਕਾਛੇ ਪਿੰਡ ਜਿਹੜਾ ਸੀ ਨਾਨਕਿਆਂ ਦਾ ਪਿੰਡ ਸੀ। ਇਸ ਕਰਕੇ ਨਾਨਕਿਆਂ ਦਾ ਪਿੰਡ ਹੋਣ ਕਰਕੇ ਤੇ ਕਨ੍ਹਈਆ ਦਾ ਆਪਣਾ ਪਿੰਡ ਹੋਣ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਸੀ ਬੜੀ ਬਣਦੀ ਸੀ ਜੀ। ਇਸ ਕਰਕੇ ਇਹਨਾਂ ਦੋਨਾਂ ਦੀ ਆਪਸ ਵਿੱਚ ਬੜੀ ਜਿਹੜੀ ਸੀ ਸਿਆਣਪ ਸੀ, ਬਣਦੀ ਸੀ ਜੀ। ਇੱਥੇ ਇਸ ਤਰ੍ਹਾਂ ਇਹ ਇਕੱਤਰ ਹੋ ਕੇ ਰਹਿੰਦੇ ਸਨ ਜੀ। ਉਹ ਜਿਹੜਾ ਹਵੇਲੀ ਦਾ ਮਾਲਕ ਸੀ ਨਾ ਦਿਲੇ ਰਾਮ, ਉਹਦਾ ਇੱਕ ਪੁੱਤਰ ਸੀ ਵੱਡਾ। ਉਹ ਜਿਹੜਾ ਵੱਡਾ ਪੁੱਤਰ ਹੈ ਜੀ, ਨਜ਼ਰਬੰਦ ਕਰ ਲੈਨੋ ਸੋ। ਇਹਨਾਂ ਕਨ੍ਹਈਆ ਨੇ ਤੇ ਰਾਮਗੜੀਆ ਨੇ ਕੀ ਕੀਤਾ, ਦਿਲੇ ਰਾਮ ਦੇ ਵੱਡੇ ਪੁੱਤਰ ਨੂੰ ਜਿਹੜਾ ਸੀ ਨਾ ਨਜ਼ਰਬੰਦ ਕਰ ਲਿਆ ਹੈ ਜੀ। ਉਹਨੂੰ ਜਿਹੜਾ ਸੀ ਨਾ
ਇਹਨਾਂ ਨੇ ਜਾਨੋਂ ਜਿਹੜਾ ਸੀ ਮਾਰ ਮੁਕਾਇਆ। ਪਰ ਉਸ ਤੋਂ ਪਹਿਲਾਂ ਉਹ ਜਿੰਨਾ ਵੀ ਕੋਈ ਉੱਥੇ ਧਨ ਸੀ ਉਹਦਾ ਸਾਰਾ ਬਾਇਓਡਾਟਾ ਉਹਨਾਂ ਕੋਲ ਲੈ ਲਿਆ ਸੀ ਜੀ। ਦੋ ਮਿਸਲ ਰਲ ਜਪਤਹਿ ਕਰਿਓ। ਤੇ ਇਹਨਾਂ ਦੋਨਾਂ ਮਿਸਲਾਂ ਨੇ ਨਾ, ਕਨ੍ਹਈਆ ਮਿਸਲ ਨੇ ਤੇ ਰਾਮਗੜੀਆ ਮਿਸਲ ਨੇ, ਜੋ ਜੋ ਉਹਨੇ ਦੱਸਿਆ ਸੀ ਦਿਲੇ ਰਾਮ ਦੇ ਪੁੱਤਰ ਨੇ ਵੀ ਇੱਥੇ ਇੱਥੇ ਧਨ ਪਿਆ ਹੈ, ਇੱਦਾਂ ਇੱਦਾਂ ਦਾ ਪਿਆ ਹੈ, ਉਹਨੂੰ ਪੁੱਛ ਗਿੱਛ ਲਿਆ ਤੇ ਇਹ ਆਪਣੇ ਕੋਲ ਜ਼ਬਤ ਕਰ ਲਿਆ ਇਹਨਾਂ ਦੋਵਾਂ ਮਿਸਲਾਂ ਨੇ। ਤੇ ਉਹਦੇ ਬਾਅਦ ਉਹਨੂੰ ਜਿਹੜਾ ਸੀ ਮੌਤ ਦੇ ਘਾਟ ਉਤਾਰ ਦਿੱਤਾ ਸੀ ਜੀ। ਦੋਹਰਾ ਪਕੜ ਮਾਰ ਸਦੇ ਲੋਕ ਸਭ ਤਨ ਲਿਓ ਕੁਸ਼ਾਏ। ਹਾਂਜੀ, ਉਦੋਂ ਉਹਨੂੰ ਪਕੜ ਕਰਕੇ ਉਹਨੂੰ ਮਾਰ ਕੁੱਟ ਕੇ ਪਹਿਲਾਂ ਉਹਨੂੰ ਕੋ ਸਾਰਾ ਧਨ ਪੁੱਛਿਆ ਕਿੱਥੇ ਹੈ, ਫਿਰ ਉਹਨੂੰ ਜਾਨੋਂ ਮਾਰਿਆ ਸੀ ਜੀ। ਜਿਸ ਜਿਸੈ ਦਸ ਛੁੜੈ ਤੁਰਤ ਫੜੈ ਤੁਰਤ ਏਮ ਤਨ ਦਿਓ ਕਰਮ ਮਰਵਾਏ। ਤੇ ਆਂਦੇ ਉਹਨੂੰ ਇਦਾਂ ਕਹਿੰਦੇ ਸਨ ਕਿ ਤੈਨੂੰ ਉਸੇ ਵੇਲੇ ਛੱਡ ਦੇਵਾਂਗੇ, ਪਰ ਧਨ ਦੇ ਲਾਲਚ ਦੇ ਵਿੱਚ ਇਹਨਾਂ ਨੇ ਉਸ ਦਿਲੇ ਰਾਮ ਦੇ ਪੁੱਤਰ ਨੂੰ ਵੀ ਮਾਰ ਦਿੱਤਾ ਸੀ ਜੀ। ਭਾਈ ਧਰੇ ਉਤਰਾਇਓ ਕੋਣ ਕੱਢ ਦਿਓ। ਉਹ ਜਿਹੜਾ ਧਨ ਧਰਤੀ ਦੇ ਵਿੱਚ ਦੱਬਿਆ ਸੀ ਉਹ ਧਰਿਆ ਧਰਾਇਆ ਇਹਨਾਂ ਨੇ ਜਿਹੜਾ ਸੀ ਆਪਣੇ ਪਾਸ ਰੱਖ ਲਿਆ ਜੀ। ਏਮ ਕਰ ਉਸ ਹੀ ਕੋ ਜੀਓ ਗਇਓ। ਇਦਾਂ ਉਹਦਾ ਜਿਹੜਾ ਜੀਓ ਭਾਵ ਉਹਦੀ ਜਿੰਦ ਜਿਹੜੀ ਸੀ ਨਾ ਦਿਲੇ ਰਾਮ ਦੇ ਪੁੱਤਰ ਦੀ, ਇਹਨਾਂ ਨੇ ਧਨ ਵੀ ਖੋਹ ਲਿਆ ਤੇ ਉਹਨੂੰ ਵੀ ਜਾਨੋਂ ਮਾਰ ਦਿੱਤਾ ਜੀ। ਉਸ ਕੋ ਲਾਗੀ ਜਿੰਦ ਪਿਆਰੀ। ਤੇ ਉਹ ਨਾ ਮਨ ਦੇ ਵਿੱਚ ਮਰਨ ਤੋਂ ਪਹਿਲਾਂ ਉਹ ਕੁਝ ਇਸ ਤਰ੍ਹਾਂ ਸੋਚਦਾ ਸੀ, ਕਿੱਦਾਂ ਉਹਨੂੰ ਆਪਣੀ ਜਿੰਦ ਜਿਹੜੀ ਸੀ ਨਾ, ਜਾਨ ਜਿਹੜੀ ਸੀ ਨਾ, ਉਹ ਧਨ ਨਾਲੋਂ ਪਿਆਰੀ ਲੱਗਣ ਬਹਿ ਗਈ ਦਿਲੇ ਰਾਮ ਦੇ ਪੁੱਤਰ ਨੂੰ ਜੀ। ਦੇਨੇ ਉਹਨ ਕੱਢ ਦੌਲਤ ਸਾਰੀ। ਉਹ ਕਹਿੰਦਾ ਮੇਰੀ ਜਾਨ ਬਖਸ਼ ਦਿਓ, ਮੈਂ ਤੁਹਾਨੂੰ ਸਾਰੀ ਦੌਲਤ ਜਿਹੜੀ ਹੈ ਨਾ ਜਿੱਥੇ ਵੀ ਇਸ ਹਵੇਲੀ ਦੇ ਵਿੱਚ ਪਈ ਹੈ ਉਹ ਸਾਰੀ ਕੱਢ ਕੇ ਦੇ ਦੇਵਾਂਗਾ ਜੀ। ਉਹਨ ਜਨਾਇਓ ਮੈਂ ਮੰਗ ਕੇ ਖਾਓ। ਉਹਨੇ ਇਹ ਸੋਚਿਆ ਕਿ ਜੇ ਜਾਨ ਬਚ ਗਈ ਤੇ ਇਸ ਤੋਂ ਵੱਡਾ ਕੀ ਹੈ, ਮੈਂ ਤੇ ਮੰਗ ਕੇ ਵੀ ਖਾ ਲਵਾਂਗਾ, ਮੰਗ ਕੇ ਵੀ ਖਾਣਾ ਪੈ ਜਾਵੇ ਮੈਨੂੰ ਤੇ ਕੋਈ ਗੱਲ ਨਹੀਂ, ਪਰ ਮੇਰੀ ਜਾਨ ਜਿਹੜੀ ਹੈ ਉਹ ਬਚਣੀ ਚਾਹੀਦੀ ਹੈ, ਇਸ ਕਰਕੇ ਇਹਨਾਂ ਨੂੰ ਧਨ ਦੇ ਦੇਵਾਂਗਾ ਤੇ ਮੇਰੀ ਜਾਨ ਤੇ ਬਚੇਗੀ ਜੀ। ਕਿ ਮੈਂ ਜਿਵੇਂ ਮੈਂ ਹੋਰ ਕਮਾਉ। ਮੈਂ ਜਿਵੇਂ ਕਿਵੇਂ ਵੀ ਕਰਕੇ ਹੋਰ ਕਮਾ ਲਵਾਂਗਾ, ਧਨ ਕਿਹੜਾ ਕਦੀ ਕਿਸੇ ਕੋਲ ਥਿਰ ਰਿਹਾ, ਉਹ ਆਉਂਦਾ ਜਾਂਦਾ ਰਹਿੰਦਾ ਹੈ, ਇਸ ਕਰਕੇ ਮੈਂ ਧਨ ਹੋਰ ਕਮਾ ਲਵਾਂਗਾ ਤੇ ਆਪਣੀ ਜਾਨ ਬਚਾ ਲੈਣਾ ਹਾਂ ਜੀ। ਜਿੰਦ ਬਚਾਏ ਤਾਂ ਧਨ ਹੋਏ ਔਰ। ਜੇ ਜਿੰਦ ਬਚ ਜਾਵੇਗੀ ਤੇ ਧਨ ਹੋਰ ਕਮਾ ਲਵਾਂਗੇ ਜੀ। ਹਾਂਜੀ, ਰੱਖੀ ਜਿੰਦ ਉਹਨ ਜਿੱਤ ਕੇ ਤੇ ਤੌਰ। ਇਸ ਤਰ੍ਹਾਂ ਉਹਨੇ ਆਪਣੀ ਜਿੰਦ ਨੂੰ ਬਚਾਉਣ ਵਾਸਤੇ ਬੜੇ ਜਿਹੜੇ ਹੀਲੇ ਕੀਤੇ ਸਨ ਜੀ। ਜਿੰਦ ਰਹੇ ਤਾਂ ਤੀਰਥ ਜਾਉ। ਆਂਦਾ ਜੇ ਮੇਰੀ ਜਾਨ ਬਚ ਗਈ ਤੇ ਮੈਂ ਤੀਰਥਾਂ ਤੇ ਚਲਾ ਜਾਵਾਂਗਾ ਜੀ। ਜਿੰਦ ਰਹੇ ਹਰ ਭਗਤ ਕਮਾਉ। ਤੇ ਜੇ ਜਿੰਦ ਬਚ ਗਈ ਤੇ ਤੀਰਥਾਂ ਤੇ ਜਾ ਕੇ ਫਿਰ ਭਗਤੀ ਵੀ ਕਰੂੰਗਾ ਜੀ। ਜਿੰਦ ਰੱਖੀ ਉਹਨ ਜਿਸੈ ਇਸੇ ਵਿਚਾਰ। ਇਸ ਵਿਚਾਰ ਦੇ ਨਾਲ ਉਹਨੇ ਆਪਣੀ ਸਰੀਰ ਨੂੰ ਜਿਹੜਾ ਸੀ ਬਚਾਉਣ ਦਾ ਜਿਹੜਾ ਸੀ ਹੀਲਾ ਭਾਵ ਜੁਗਤ ਜਿਹੜੀ ਸੀ ਘੜਨੀ ਕੀਤੀ ਸੀ ਜੀ। ਸੋ ਪਾਪਨ ਹੁੰਦੀ ਨੂੰ ਮਾਰ। ਪਰ ਇਹਨਾਂ ਪਾਪੀਆਂ ਨੇ, ਹੁਣ ਇੱਥੇ ਪਾਪੀਆਂ ਦਾ ਨਾਮ ਕਵਿਰਾਜ ਜੀ ਦੱਸਿਆ ਕਿੰਨਾ ਦਾ ਲੈ ਰਹੇ ਨੇ, ਰਾਮਗੜੀਆ ਮਿਸਲ ਤੇ ਕਨ੍ਹਈਆ ਮਿਸਲ। ਵੇਖੋ ਜਦੋਂ ਬੰਦਾ ਲੋਭ ਦਾ ਲਾਲਚ ਕਰ ਬੈਠਦਾ, ਵਾਹਿਗੁਰੂ ਧਨ ਦਾ ਲਾਲਚ ਕਰ ਬਹਿ ਜਾਂਦਾ ਹੈ ਨਾ, ਫਿਰ ਉੱਥੇ ਬਹੁਤ ਕੁਝ ਹੋ ਜਾਂਦਾ ਹੈ। ਬੜੀ ਚੜ੍ਹਤ ਸੀ, ਕਸੂਰ ਤੱਕ ਇਹਨਾਂ ਫਤਿਹ ਕਰ ਲਈ ਹੈ। ਡੰਕਾ ਖਾਲਸੇ ਦਾ ਜਿਹੜਾ ਹੈ ਇਸ ਮਿਸਲ ਦਾ ਬੜੀ ਦੂਰ ਤੱਕ ਵੱਜਿਆ, ਪਰ ਹੁਣ ਕੀ ਹੋਇਆ, ਇੱਕ ਧਨ ਦੀ ਖਾਤਰ ਇਹਨਾਂ ਨੇ ਜਿਹੜਾ ਇੱਕ ਬੰਦਾ ਕਹਿ ਰਿਹਾ ਸੀ ਕਿ ਮੈਨੂੰ ਕੋ ਤੁਸੀਂ ਧਨ ਲੈ ਲਓ ਖਾਲਸਾ ਜੀ, ਪਰ ਮੇਰੀ ਜਾਨ ਬਖਸ਼ ਦਿਓ। ਤੇ ਕਵਿਰਾਜ ਜੀ ਇਹ ਇੱਥੇ ਦਰਸਾਉਣਾ ਚਾਹੁੰਦੇ ਨੇ ਕਿ ਜੇ ਕਿਸੇ ਨੇ ਤੁਹਾਨੂੰ ਇਹ ਕਹਿ ਦਿੱਤਾ ਵੀ ਜੋ ਲੈਣਾ ਹੈ ਮੇਰੇ ਕੋਲ ਲੈ ਲਓ, ਕਈ ਆ ਰਾਹ ਦੇ ਵਿੱਚ ਡਾਕੂ ਪੈ ਜਾਣ, ਆ ਚੋਰ ਲੁਟੇਰੇ ਅੱਜ ਆਮ ਪਿੰਡਾਂ ਦੇ ਵਿੱਚ ਪੈਂਦੇ ਨੇ, ਤੇ ਆਪਾਂ ਫਟਾਫਟ ਨਾ ਜੋ ਹੁੰਦਾ ਆਪਣੇ ਕੋਲੋਂ ਕਹਿੰਦੇ ਭਰਾਵਾ ਲੈ ਜਾ, ਪਰ ਜਾਨ ਬਖਸ਼ ਦੇ। ਹੁਣ ਇਹਦਾ ਵੀ ਇੱਥੇ ਨੁਕਤਾ ਇਹੀ ਸੀ ਵੀ ਜੋ ਤੁਹਾਨੂੰ ਚਾਹੀਦਾ ਤੁਸੀਂ ਲੈ ਲਵੋ ਮੇਰੇ ਕੋਲ, ਪਰ ਮੇਰੀ ਜਾਨ ਬਖਸ਼ ਦਿਓ। ਪਰ ਕਵਿਰਾਜ ਜੀ ਕਹਿੰਦੇ ਵੀ ਸੋ ਪਾਪਨ ਉਹਨ ਦੀਨੋ ਮਾਰ। ਪਰ ਇਹਨਾਂ ਪਾਪੀਆਂ ਨੇ ਜਿਹੜਾ ਸੀ ਨਾ ਉਸ ਗਰੀਬ ਦਿਲੇ ਰਾਮ ਦੇ ਪੁੱਤਰ ਨੂੰ ਉਹਦੇ ਕੋਲ ਧਨ ਵੀ ਖੋਹ ਲਿਆ, ਉਹਦੀ ਮਾਰ ਕੁੱਟ ਵੀ ਕੀਤੀ ਤੇ ਅੰਤ ਨੂੰ ਉਹਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਜੀ। ਜੇ ਮੋਹਨ ਮਾਰਿਓ ਤਨ ਮੈਂ ਕਹੋ। ਹੁਣ ਸੁਣੋ ਖਾਲਸਾ ਜੀ, ਗੁਰ ਕੀ ਸੰਗਤ ਜੀ, ਜਿਸ ਤਰ੍ਹਾਂ ਦਿਲੇ ਰਾਮ ਦੇ ਪੁੱਤਰ ਦੀ ਮੌਤ ਕੋ ਕੇ ਇਹਨਾਂ ਸਿੰਘਾਂ ਨੇ ਕੀਤੀ ਸੀ ਨਾ, ਉਹਦਾ ਕਤਲ, ਉਹ ਸੁਣੋ ਜੀ। ਦਗਾ ਕੀਓ ਜਿਮ ਤਿਮ ਲਿਖਵੈ ਹੋ। ਜਿਸ ਤਰ੍ਹਾਂ ਉਹਦੇ ਨਾਲ ਦਗਾ ਕੀਤਾ ਸੀ ਉਹ ਸੁਣੋ ਹੁਣ ਮੈਂ ਲਿਖਦਾ ਹਾਂ ਇੱਥੇ ਜੀ। ਲੋਭ ਲਹਿਰ ਮੈਂ ਜਿਮ ਰੁੜ ਗਏ। ਜਿਸ ਤਰ੍ਹਾਂ ਉਹ ਲੋਭ ਲਹਿਰ ਦੇ ਵਿੱਚ ਰੁੜ ਗਏ ਸਨ,
ਬਾਣੀ ਦੇ ਅੰਦਰ ਇੱਕ ਬਚਨ ਆਉਂਦਾ, ਲੋਭ ਲਹਿਰ ਅਤ ਨੀਜ਼ਰ ਬਾਜੇ, ਕਾਇਆ ਡੂਬੈ ਕੇਸਵਾ ਸੰਸਾਰ ਗੋਬਿੰਦੇ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਭਗਤ ਨਾਮਦੇਵ ਜੀ ਕਹਿੰਦੇ ਪਏ, ਮੇਰੇ ਮਾਲਕ ਸੋਹਣੇ ਕੇਸਾਂ ਵਾਲੇ ਮੇਰੇ ਰਾਮ, ਸੰਸਾਰ ਦੇ ਅੰਦਰ ਨਾ ਲੋਭ ਦੀਆਂ ਲਹਿਰਾਂ ਬੜੀਆਂ ਵਗਦੀਆਂ ਪਈਆਂ ਨੇ ਤੇ ਮੈਂ ਇਹਦੇ ਵਿੱਚ ਡੁੱਬਦਾ ਜਾ ਰਿਹਾ ਹਾਂ, ਇਹ ਮੈਨੂੰ ਵੀ ਪਕੜ ਦੇ ਵਿੱਚ ਲੈ ਰਿਹਾ ਹੈ। ਤੂੰ ਕਿਰਪਾ ਕਰ ਸੰਸਾਰ ਨੂੰ ਤਾਰਨ ਵਾਲੇ, ਮੈਨੂੰ ਵੀ ਇਸ ਲਹਿਰ ਦੇ ਵਿੱਚੋਂ ਜਿਹੜਾ ਹੈ ਉਹ ਕੱਢ ਲੈ। ਪਰ ਜਦੋਂ ਬੰਦਾ ਲੋਭ ਦੇ ਵਿੱਚ ਫਸ ਜਾਂਦਾ ਹੈ ਉਦੋਂ ਬਹੁਤ ਕੁਝ ਹੋ ਜਾਂਦਾ ਹੈ ਜੀ। ਪਦਾਰਥ ਇਹਾਂ ਰਹੇ ਪਏ, ਪਰ ਉਹ ਪਦਾਰਥ ਇੱਥੇ ਦੇ ਇੱਥੇ ਹੀ ਧਰੇ ਰਹਿ ਗਏ। ਦੇਖੋ ਹਾਂ, ਹੁਣ ਮੇਰੇ ਕੋਲ ਜਿਹੜੇ ਪਦਾਰਥ ਨੇ ਉਹ ਮੇਰੇ ਪੁੱਤਰ ਕੋ ਕੱਲ੍ਹ ਨੂੰ ਆ ਜਾਵਣਗੇ ਤੇ ਗਾਂ ਜਾ ਕੇ ਮੇਰੀ ਵੀ ਮੌਤ, ਪੁੱਤਰ ਦੀ ਵੀ ਮੌਤ, ਤੇ ਬਾਅਦ ਦੇ ਵਿੱਚ ਕੀ ਹੋਵੇਗਾ? ਪਿੱਛੇ ਦਾਦੇ ਪੜਦਾਦਿਆਂ ਤੱਕ ਚਲੇ ਜਾਈਏ, ਉਹ ਸਾਰੇ ਸਰੀਰ ਵਾਰੀ-ਵਾਰੀ ਚਲੇ ਜਾਂਦੇ ਨੇ, ਪਰ ਜਾਇਦਾਦਾਂ, ਪੈਸਾ ਧੇਲਾ ਉਹ ਇੱਥੇ ਦਾ ਇੱਥੇ ਹੀ ਰਹਿ ਜਾਂਦਾ ਹੈ ਜੀ। ਮਾਲੀ ਸਿੰਘ ਜਿਸ ਫਿਰ ਕਹਿਓ ਸੋ ਹਮ ਚੀਜ਼ ਬਤਾਏ। ਆਂਦੇ ਮਾਲੀ ਸਿੰਘ ਜਿਹੜਾ ਜੱਸਾ ਸਿੰਘ ਰਾਮਗੜੀਆ ਦਾ ਛੋਟਾ ਭਰਾ ਸੀ, ਇਹਨੇ ਨਾ ਹੁਣ ਇੱਕ ਜਿਹੜੀ ਗੱਲ ਹੈ ਉਸ ਦਿਲੇ ਰਾਮ ਦੇ ਪੁੱਤਰ ਨੂੰ ਕਹਿਣੀ ਕੀਤੀ ਹੈ ਜੀ, ਉਹ ਸੁਣੋ। ਜੋ ਸਭਨ ਮੈਂ ਹੱਥ ਘੜੀ ਸੋ ਮੈਂ ਰੱਖਾਂ ਉਠਾਏ। ਆਂਦੇ ਜਿਹੜੀ ਸਭ ਤੋਂ ਵੱਧ ਕੀਮਤੀ ਚੀਜ਼ ਹੈ ਨਾ, ਇਹ ਦਿਲੇ ਰਾਮ ਦੇ ਪੁੱਤਰ ਮੈਨੂੰ ਉਹ ਦੱਸ ਦੇ, ਮੈਂ ਉਹ ਜਿਹੜੀ ਹੈ ਸਭ ਤੋਂ ਪਹਿਲਾਂ ਉਠਾਊਂਗਾ ਜੀ। ਜੋ ਭਈ ਕਹਿਓ ਤੋਹਿ ਮੈਂ ਰਾਜੀ ਕਰੂੰਗਾ। ਤੇ ਨਾਲ ਲਾਲਚ ਦੱਸਾਂ ਕੀ ਕਹਿੰਦਾ, ਕਹਿੰਦਾ ਕਿ ਤੂੰ ਮੈਨੂੰ ਦੱਸ ਦੇ ਕਿ ਖਜ਼ਾਨਾ ਸਭ ਤੋਂ ਕੀਮਤੀ ਕਿੱਥੇ ਪਿਆ ਹੈ। ਜੇ ਤੂੰ ਮੈਨੂੰ ਦੱਸ ਦਵੇਂ ਉਹਨੂੰ ਮੈਂ ਆਪਣੇ ਕੋਲ ਰੱਖ ਲਵਾਂਗਾ ਤੇ ਉਹਦੇ ਬਦਲੇ ਵਿੱਚ ਤੈਨੂੰ ਵੇਖ ਹੁਣ ਜੰਜੀਰਾਂ ਦੇ ਨਾਲ ਜਕੜਿਆ ਪਿਆ ਹੈ, ਤੇਰੀ ਸਿਹਤ ਵੀ ਠੀਕ ਨਹੀਂ ਹੈ ਤੇ ਮੈਂ ਤੇਰੀ ਮਲਮ ਦਾਰੂ ਪੱਟੀ ਜਿਹੜੀ ਹੈ ਉਹ ਕਰਾ ਦੇਵਾਂਗਾ, ਤੈਨੂੰ ਰਾਜੀ ਕਰ ਦੇਵਾਂਗਾ ਜੀ। ਆਪਣੀ ਦੀਵਾਨੀ ਧਰੂੰਗਾ। ਇੱਥੋਂ ਤੱਕ ਲਾਲਚ ਦੇ ਦਿੱਤਾ ਕਿ ਜਿਹੜੀ ਦੀਵਾਨੀ ਦਿੱਲੀ ਦੀ ਮੈਨੂੰ ਮਿਲੀ ਹੈ ਨਾ, ਕਿਉਂਕਿ ਦੀਵਾਨ ਸਨ ਦਿੱਲੀ ਦੇ, ਜਿਹੜੀ ਦੀਵਾਨਗੀ ਸਾਡੇ ਕੋਲ ਹੈ ਨਾ, ਇਹ ਦਿਲੇ ਰਾਮ ਦੇ ਪੁੱਤਰ ਤੂੰ ਸਾਨੂੰ ਖਜ਼ਾਨਾ ਦੱਸ ਦੇ ਕਿੱਥੇ ਪਿਆ ਹੈ ਤੇ ਉਹ ਦੀਵਾਨਗੀ ਵੀ ਮੈਂ ਤੇਰੇ ਤੋਂ ਨਿਸ਼ਾਵਰ ਕਰ ਦੇਵਾਂਗਾ ਜੀ। ਉਹਨ ਕਹੀ ਇੱਕ ਸੰਦੂਕੜੀ ਭਾਰੀ। ਫਿਰ ਉਹਨੇ ਨਾ ਜਦੋਂ ਇਹਨਾਂ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਦਿਲੇ ਰਾਮ ਦੇ ਪੁੱਤਰ ਨੇ ਵੀ ਵਾਕਈ ਸਿੱਖ ਨੇ, ਇਹ ਸੱਚ ਬੋਲਦੇ ਨੇ ਤੇ ਬਿਲਕੁਲ ਸੱਚਾਈ ਹੈ ਜੀ। ਅੱਜ ਦੇ ਸਮੇਂ ਦੀ ਦੇਖਣ ਨੂੰ ਸਿੱਖ ਲੱਗਦੇ ਨੇ, ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾ ਬਿਲੋਗ ਸਪਾਣੀ, ਕਾਇਆ ਮਾਂਜਸ ਕੌਣ ਗੁਣਾ, ਜੋ ਕਟ ਭੀਤਰ ਹੈ ਮਲਨਾ। ਕੱਪੜਿਆਂ ਦਾ ਵੇਸ ਜਿਹੜਾ ਹੈ ਨਾ, ਉਹਦੇ ਬਾਬੇ ਕਬੀਰ ਨੇ ਵੀ ਜਿਹੜਾ ਸੀ ਨਾ ਉਹਨੂੰ ਖਾਰਜ ਕਰ ਦਿੱਤਾ ਸੀ ਕਿ ਕੱਪੜਿਆਂ ਦੇ ਵੇਸ ਦੇ ਨਾਲ ਨਹੀਂ, ਇਹ ਤੇ ਬਨਾਰਸ ਦੇ ਵਿੱਚ ਬੈਠੇ ਹੋਏ ਜਿਹੜੇ ਸਨ ਨਾ ਉਹ ਠੱਗ ਨੇ, ਬਨਾਰਸ ਕੇ ਠੱਗ। ਇਹ ਬਾਣੀ ਦੇ ਅੰਦਰ ਉਹਨਾਂ ਨੇ ਕਿਹਾ। ਇੱਥੇ ਵੀ ਇਹਨੇ ਯਕੀਨ ਕਰ ਲਿਆ ਕਿ ਕਿਤੇ ਮੈਨੂੰ ਜਿਹੜਾ ਹੈ ਇਹ ਵਾਕਈ ਬਖਸ਼ ਦੇਣਗੇ, ਮੈਨੂੰ ਰਾਜੀ ਕਰ ਦੇਣਗੇ। ਇਸ ਕਰਕੇ ਉਹਨੇ ਨਾ ਉਸ ਹਵੇਲੀ ਦੇ ਵਿੱਚ ਇੱਕ ਸੰਦੂਕੜੀ ਹੈ ਉਹਦਾ ਉਹਨੇ ਜ਼ਿਕਰ ਕੀਤਾ ਇੱਥੇ ਜੀ। ਮੱਧ ਪੌੜੀਆਂ ਜੋ ਨਿਕਾਰੀ। ਆਂਦੇ ਜਿਹੜੀ ਪੌੜੀਆਂ ਦੇ ਮੱਧ ਦੇ ਵਿੱਚ ਜਿਹੜੀ ਹੈ ਪਈ ਹੋਈ ਹੈ ਜੀ, ਵੱਡੀ ਵਿੱਚ ਭਾਰੀ ਸਮਾਹੇ। ਉਹ ਬੜੀ ਵੱਡੀ ਹੈ ਤੇ ਉਹਦੇ ਵਿੱਚ ਬੜਾ ਭਾਰੀ ਸਮਾਨ ਜਿਹੜਾ ਹੈ ਉਹ ਪਿਆ ਹੈ ਜੀ। ਖੱਡ ਅੜਾਈ ਕੋਠੜੀ ਤਾਂ ਹੈ। ਉਹ ਇਸੇ ਕਰਕੇ ਉਸ ਕੋਠੜੀ ਦੀਆਂ ਪੌੜੀਆਂ ਦੇ ਵਿੱਚ ਲੁਕਾ ਕੇ ਰੱਖੀ ਹੋਈ ਸੀ ਜੀ। ਲੋਹੋਂ ਵਲ ਕੇ ਜਹੇ ਬਹਿ ਸਿਪਾਹੀ। ਤੇ ਤੂੰ ਉੱਥੋਂ ਕਿੱਦਾਂ ਕੱਢੇਗਾ? ਇੱਕ ਪਾਸੇ ਕਨ੍ਹਈਆ ਦੇ ਸਿਪਾਹੀ ਬੈਠੇ ਹੋਏ ਨੇ ਤੇ ਨਾਲ ਹੀ ਦੂਜੇ ਪਾਸੇ ਰਾਮਗੜੀਆਂ ਦੇ ਸਿਪਾਹੀ ਜਿਹੜੇ ਨੇ ਨਾ ਉਸ ਪੌੜੀਆਂ ਦੇ ਜਿਹੜੇ ਇਰਦ ਗਿਰਦ ਬੈਠੇ ਹੋਏ ਨੇ ਉਸ ਸੰਦੂਕੜੀ ਦੀ ਰਾਖੀ ਵਾਸਤੇ। ਇਸ ਕਰਕੇ ਤੈਨੂੰ ਹੁਣ ਮੈਂ ਦੱਸ ਦੇ ਦਿੱਤਾ ਵੀ ਉੱਥੇ ਸੰਦੂਕੜੀ ਪਈ ਹੈ ਤੇ ਉਹਦੇ ਵਿੱਚ ਬੜਾ ਭਾਰਾ ਸਮਾਨ ਹੈ, ਭਾਵ ਗਹਿਣਾ ਗੱਟਾ ਆਦਿਕ ਬਹੁਤ ਕੁਝ ਹੈ, ਪਰ ਉਹ ਹੁਣ ਤੂੰ ਕੱਢੇਗਾ ਕਿੱਦਾਂ? ਇਹ ਤੇਰੀ ਸਮਝਦਾਰੀ ਹੈ ਜੀ। ਤੁਮਰੇ ਕਿਮ ਹੱਥ ਆਈ। ਉਹ ਕਿੱਦਾਂ ਤੇਰੇ ਹੱਥ ਆਵੇਗੀ ਹੁਣ ਜੀ? ਜੋ ਬਿਦ ਬਨੈ ਤੋ ਕਿ ਮੈਂ ਲਈ ਕੱਢ। ਜੇ ਕਿਤੇ ਤੇਰੇ ਕੋਲ ਕੋਈ ਬਿਦ ਬਣਦੀ ਹੋਏ, ਤਰੀਕਾ ਤੈਨੂੰ ਕੋਈ ਆ ਜਾਵੇ ਤੇ ਫਿਰ ਉਸ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਤੂੰ ਉੱਥੇ ਘਾਤ ਕਰ ਦੇਵੀਂ, ਭਾਵ ਉਹਨੂੰ ਚਰਾ ਲਵੀਂ ਜੀ। ਔਰ ਵਸਤ ਭਾਵੇਂ ਦੇ ਛੱਡ। ਭਾਵੇਂ ਹੋਰ ਸਾਰੀਆਂ ਵਸਤੂਆਂ ਉੱਥੇ ਜੋ ਪਈਆਂ ਹੋਈਆਂ ਉਹਨਾਂ ਨੂੰ ਛੱਡ ਦਵੀਂ, ਪਰ ਉਹ ਸੰਦੂਕੜੀ ਬੜੀ ਕੀਮਤੀ ਹੈ, ਉਹ ਸੰਦੂਕੜੀ ਨੂੰ ਜਿਹੜਾ ਆਪਣੇ ਕਬਜ਼ੇ ਵਿੱਚ ਲੈ ਲਵੀਂ। ਹੈ ਬੇਗਮ ਕੋ ਉਸਮੈ ਗਹਿਣੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੈ ਤੇ 2 ਨੰਬਰ ਦੀ ਕਮਾਈ ਸੀ ਦਿਲੇ ਰਾਮ ਦੀ,
ਜਿੰਨਾ ਦਿੱਲੀ ਦੀ ਬੇਗਮ ਦਾ ਧਨ ਦੌਲਤ ਗਹਿਣਾ ਗੱਟਾ ਸੀ ਨਾ, ਸਭ ਤੋਂ ਕੀਮਤੀ ਉਹ ਇਸ ਸੰਦੂਕੜੀ ਵਿੱਚ ਹੈ। ਉਹਦਾ ਜ਼ਿਕਰ ਹੋਣਾ ਅੱਗੇ ਜਾ ਕੇ ਕੀ ਨਿਕਲਦਾ ਸੰਦੂਕੜੀ ਦੇ ਵਿੱਚੋਂ। ਤੇ 2 ਨੰਬਰ ਦੀ ਕਮਾਈ ਪਹਿਲਾਂ ਲਾਹੌਰ, ਤੇ ਉੱਥੋਂ ਅੱਗੇ ਜਾਂਦਿਆਂ ਫਿਰ ਇਹਨਾਂ ਕਸੂਰ ਦੇ ਵਿੱਚ ਰੱਖ ਲਈ। ਤੇ ਇੱਥੇ ਹੁਣ ਕਿਸੇ ਦਾ ਡਰ ਨਹੀਂ, ਪਰ ਜਦੋਂ ਹੋਣੀ ਸਿਰ ਚੜ੍ਹ ਬੋਲੇ ਉਦੋਂ ਕੌਣ ਬਚਾਵੇ। ਇੱਥੇ ਕਹਿੰਦੇ ਨੇ ਉਹ ਬੇਗਮ ਦੇ ਜੇ ਉਹਦੇ ਵਿੱਚ ਭਈ ਗਹਿਣੇ ਹਨ ਜੀ, ਸੋ ਸਾਂਭੋ ਜੇ ਤੁਮ ਹੋਏ ਲਹਿਣੋ, ਉਹ ਤੂੰ ਸਾਂਭ ਲੈ ਜੇ ਤੂੰ ਹੀ ਲੈਣੇ ਨੇ। ਤੇ ਇਹ ਜੋ ਸੰਦੂਕ ਜੇਵਰ ਕੇ ਧਰੇ, ਇਹ ਜਿਹੜਾ ਸੰਦੂਕ ਹੈ ਨਾ, ਜੇਵਰਾਂ ਦੇ ਨਾਲ ਭਾਵ ਜਵਾਹਰਾਤਾਂ ਦੇ ਨਾਲ ਭਰਿਆ ਪਿਆ ਹੈ ਜੀ। ਉਹ ਲਿਖੈ ਤੋ ਚਾਂਦ ਸੇ ਜਗੇ, ਜੇ ਕਿਤੇ ਤੂੰ ਉਸ ਸੰਦੂਕੜੀ ਨੂੰ ਜਦੋਂ ਖੋਲੇਗਾ ਨਾ ਤੇ ਇੰਨਾ ਲੋ ਹੋਏਗੀ, ਇੰਨਾ ਚਾਨਣ ਹੋਵੇਗਾ ਜਿੱਦਾਂ ਚੰਦਰਮਾ ਦੀ ਲੋ ਨਹੀਂ ਹੁੰਦੀ ਪੁੰਨਿਆਂ ਦੀ ਰਾਤ ਨੂੰ, ਏਦਾਂ ਉਹਦਾ ਜਿਹੜਾ ਹੈ ਤੈਨੂੰ ਜਿਹੜਾ ਚਾਨਣ ਤੇਰੀਆਂ ਅੱਖਾਂ ਤੇ ਪਵੇਗਾ ਜੀ। ਉਹ ਜਵਾਹਰ ਜੜਤੀ ਬੇਸ, ਉਹਦੇ ਵਿੱਚ ਬੜੇ ਜਵਾਹਰਾਤ ਹਨ ਜਿਹੜੇ ਜੜਤੀਆਂ ਬੇਸਾਂ ਦੇ ਨਾਲ ਜਿਹੜੇ ਨੇ ਜੜੇ ਹੋਏ ਹਨ ਜੀ। ਰੇਤ ਮੋਹ ਜੋ ਦੇਖੇ ਤੇ, ਉਹਨੂੰ ਜਿਹੜਾ ਫਿਰ ਇੱਕ ਵਾਰੀ ਦੇਖ ਲਵੇਗਾ ਉਹ ਮੋਹਿਆ ਜਾਵੇਗਾ, ਇੰਨਾ ਉਹਦੇ ਵਿੱਚ ਭਾਰੀ ਖਜ਼ਾਨਾ ਹੈ ਜੀ। ਸੇਤ ਗੁਲਾਬੀ ਜਿਮ ਝਲਕੇ ਤਾਰੇ, ਉਹਦੇ ਵਿੱਚ ਚਿੱਟੇ ਰੰਗ ਦੇ ਗੁਲਾਬੀ ਰੰਗ ਦੇ ਮੋਤੀ ਹਨ, ਤੇ ਉਹ ਏਦਾਂ ਚਮਕਦੇ ਨੇ ਜਿੱਦਾਂ ਆਸਮਾਨ ਦੇ ਵਿੱਚ ਤਾਰੇ ਚਮਕਦੇ ਹਨ ਜੀ। ਸੁਰਖ ਸੁਹੇ ਜਿਵੇਂ ਫੁੱਲ ਹਨਾਰੇ, ਉਹਦੇ ਵਿੱਚ ਸੂਹੇ ਸੁਰਖ ਲਾਲ ਰੰਗ ਦੇ ਵੀ ਗਹਿਣੇ ਹਨ, ਉਹ ਏਦਾਂ ਹਨ ਜਿੱਦਾਂ ਅਨਾਰ ਦੇ ਫੁੱਲ ਹੁੰਦੇ ਹਨ ਜੀ। ਮੋਰ ਕੰਠ ਜਿਮ ਨੀਲ ਸੁ ਝਮਕੈ, ਆਂਦਾ ਉਹਦੇ ਵਿੱਚ ਇੱਕ ਜਿਸ ਤਰ੍ਹਾਂ ਮੋਲ ਦਾ ਕੰਠ ਜਿਹੜਾ ਹੈ ਉਹ ਨੀਲਾ ਹੁੰਦਾ ਹੈ, ਉੱਦਾਂ ਦਾ ਇੱਕ ਹੀਰਾ ਹੈ, ਜਵਾਹਰਾਤ ਹੈ ਜਿਹੜਾ ਮੋਰ ਦੇ ਕੰਠ ਵਾਂਗੂ ਜਿਹੜਾ ਹੈ ਚਮਕਦਾ ਹੈ ਜੀ। ਸਬਜ ਸਰੂਪ ਜਿਮ ਸਬਜੇ ਕਮਕੈ, ਇੱਕ ਗਹਿਣੇ ਦਾ ਨਾਮ ਹੈ ਸਬਜ, ਜਿਸ ਦਾ ਰੰਗ ਹਰੇ ਰੰਗ ਦਾ ਹੁੰਦਾ ਹੈ ਜੀ, ਤੇ ਉਹ ਬੜਾ ਹੀ ਮਨ ਭਾਵਦਾ, ਮਨ ਨੂੰ ਖਿੱਚ ਪਾਉਂਦਾ ਹੈ ਉਹ ਗਹਿਣਾ ਸਬਜ। ਦੋਹਰਾ ਮਾਲੀ ਸਿੰਘ ਨੇ ਉਸ ਕਰਿਓ, ਉਸ ਕੋ ਮਾਲ ਬਤਾਓ। ਫਿਰ ਮਾਲੀ ਸਿੰਘ ਨੇ ਦਿਲੇ ਰਾਮ ਦੇ ਪੁੱਤਰ ਨੂੰ ਜਿਹੜਾ ਸੀ ਨਾ ਕਹਿਣਾ ਕੀਤਾ ਕਿ ਜਿਹੜਾ ਹੋਰ ਮਾਲ ਹੈ ਨਾ ਉਹ ਵੀ ਮੈਨੂੰ ਦੱਸ, ਉਹਦੇ ਵਿੱਚ ਹੋਰ ਪਿਆ ਕੀ ਹੈ। ਹੌਲੀ ਹੌਲੀ ਇਹਦਾ ਲਾਲਚ ਜਿਹੜਾ ਹੈ ਨਾ ਹੁਣ ਵੱਧਦਾ ਜਾ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਜੀ ਬਾਣੀ ਦੇ ਵਿੱਚ ਕਹਿੰਦੇ ਨੇ, ਹੇ ਲੋਭਾ ਲੰਪਟ ਸੰਗ ਸਿਰ ਮੋਹ ਰਹੇ ਅਨਕ ਲਹਿਰੀ ਕਲੋਲ ਤੇ, ਕਿ ਲਹੇ ਲੋਭ ਤੂੰ ਹੌਲੀ ਹੌਲੀ ਮੈਨੂੰ ਆਪਣੇ ਵੱਲ ਖਿੱਚ ਰਿਹਾ ਹੈ ਤੇ ਲੋਭ ਦੀਆਂ ਲਹਿਰਾਂ ਜਿਹੜੀਆਂ ਨੇ ਮੇਰੇ ਹਿਰਦੇ ਵਿੱਚ ਜਿਹੜੀਆਂ ਨੇ ਉੱਠ ਰਹੀਆਂ ਨੇ। ਇਸ ਤਰ੍ਹਾਂ ਇਹਦਾ ਲਾਲਚ ਜਿਹੜਾ ਹੈ ਦਿਲੇ ਰਾਮ ਦੇ ਪੁੱਤਰ ਨੂੰ ਕੈਦ ਕਰਕੇ ਜੱਸਾ ਸਿੰਘ ਰਾਮਗੜੀਆ ਦੇ ਭਰਾ ਮਾਲੀ ਸਿੰਘ ਦਾ ਵੱਧਦਾ ਜਾ ਰਿਹਾ ਹੈ ਜੀ। ਕੋਲ ਕੌਣ ਸੀ ਚੀਜ਼ ਹੈ ਭਿੰਨ ਭਿੰਨ ਆਖ ਸੁਣਾਓ, ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਹੈ ਮੈਨੂੰ ਵੱਖੋ ਵੱਖ ਕਰਕੇ ਉਹਦਾ ਨਾਮ ਦੱਸ ਭਈ। ਚੌਪਈ ਤਬ ਉਨ ਕਹੀ ਸਭ ਕਹੀ ਨਾ ਜਾਵੇ, ਉਹਨੇ ਫਿਰ ਗੱਲ ਕਹੀ, ਆਂਦਾ ਜੇ ਮੈਂ ਸਾਰਾ ਇੱਕ ਇੱਕ ਬਿਆਨ ਕਰਕੇ ਦੱਸਣ ਲੱਗਾ ਤੇ ਫਿਰ ਇਹ ਜਿਹੜਾ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਕਾਗਜ਼ ਕੀਤੇ ਸ਼ੁਮਾਰ ਨਾ ਆਵੇ, ਜੇ ਕਿਤੇ ਕਾਗਜ਼ ਦੇ ਉੱਤੇ ਲਿਖਣ ਬਹਿ ਜਾਈਏ ਤੇ ਉਹਨਾਂ ਦੀ ਗਿਣਤੀ ਜਿਹੜੀ ਹੈ ਬੇਅੰਤ ਹੈ, ਕਿਤਾਬ ਇੱਕ ਭਰ ਜਾਵੇਗੀ ਲਿਖਣ ਕਰਕੇ ਹੀ ਉਹਨਾਂ ਦੇ ਨਾਮ ਜੀ। 10-20 ਹੋਏ ਤੋ ਦੇਹੋ ਸੁਨਾਏ, ਜੇ ਕਿਤੇ 10-20 ਚੀਜ਼ਾਂ ਹੋਣ ਤਾਂ ਮੈਂ ਉਹਨਾਂ ਦੇ ਨਾਮ ਜਿਹੜੇ ਨੇ ਤੈਨੂੰ, ਹੇ ਮਾਲੀ ਰਾਮ, ਮੈਂ ਤੈਨੂੰ ਜਿਹੜਾ ਹੈ ਉਹ ਕਹਿ ਕੇ ਦੱਸਾਂ ਜੀ। ਹੈ ਸ਼ੰਕਰ ਉਨ ਚੀਜ਼ਨ ਨਾਏ, ਉਹਨਾਂ ਚੀਜ਼ਾਂ ਦੇ ਨਾਮ ਸੈਂਕੜੇ ਹਨ ਜੀ। ਆਹੇ ਸੁਵਰਨ ਸਭ ਗਹਿਨਨ ਭਰੀ, ਤੇ ਉਹ ਸਾਰੀ ਸੰਦੂਕੜੀ ਜਿਹੜੀ ਹੈ ਉਹ ਸਵਰਨਾਂ ਦੇ ਨਾਲ ਭਾਵ ਸੋਨੇ ਗਹਿਣੇ ਗੱਟਿਆਂ ਦੇ ਨਾਲ ਭਰੀ ਪਈ ਹੈ। ਬਹੁਤ ਜੜਾਉ ਕੰਮ ਸਾਧੈ ਗਰੀ, ਉਹਦੇ ਵਿੱਚ ਕਈ ਜੜਾਊ ਗਹਿਣੇ ਹਨ ਤੇ ਕਈ ਬੜੇ ਸਾਦਗੀ ਭਰਪੂਰ ਜਿਹੜੇ ਨੇ ਉਹ ਗਹਿਣੇ ਨੇ। ਕਈ ਜਵਾਹਰ ਗਲ ਕੇ ਨਿਆਰੇ, ਉਹਦੇ ਵਿੱਚ ਕਈ ਗਲ ਨੂੰ ਪਾਉਣ ਵਾਲੇ ਜਿਹੜੇ ਨੇ ਉਹ ਗਹਿਣੇ ਨੇ, ਜਿੱਦਾਂ ਗਲ ਦੀ ਚੈਨੀ ਹੋ ਗਈ, ਗਲ ਦਾ ਹਾਰ, 9 ਲੱਖਾ ਹਾਰ ਕਹਿ ਸਕਦੇ ਹਾਂ। ਇੱਦਾਂ ਬੜੇ ਕੀਮਤੀ ਗਲ ਦੇ ਜੇਵਰਾਤ ਹਨ ਜੀ।
ਕਈ ਨੱਕ ਕਈ ਕੰਨਨ ਵਾਰੇ। ਕਈ ਨੱਕ ਦੇ ਵਿੱਚ ਕੋਕਾ ਆਦਿਕ ਤੇ ਕੰਨਾਂ ਦੇ ਵਿੱਚ ਟੋਪਸ ਵਾਲੀਆਂ ਝੁਮਕੇ ਆਦਿਕ ਬੜੇ ਕੀਮਤੀ, ਜਿਨ੍ਹਾਂ ਦੇ ਵਿੱਚ ਨੱਗ ਜੜੇ ਹਨ, ਉਹ ਬੜੇ ਕੀਮਤੀ ਗਹਿਣੇ ਹਨ ਉੱਥੇ ਜੀ। ਕਈ ਹੱਥਨ ਕਈ ਪੈਰ ਤਨ ਪਏ। ਕਈ ਹੱਥਾਂ ਨੂੰ ਪਾਉਣ ਵਾਲੇ ਕੰਗਣ ਤੇ ਕਈ ਪੈਰਾਂ ਨੂੰ ਪਾਉਣ ਵਾਲੇ, ਜਿਸ ਤਰ੍ਹਾਂ ਝਾਂਜਰਾਂ ਹੁੰਦੀਆਂ ਨੇ ਤੇ ਫਿਰ ਬਿਛੂਏ ਹੁੰਦੇ ਨੇ ਪੈਰਾਂ 'ਚ ਪਾਉਣ ਵਾਸਤੇ ਉਂਗਲਾਂ ਨੂੰ। ਰਾਜਸਥਾਨ ਦੀ ਧਰਤੀ ਵੱਲ ਬਿਛੂਏ ਬੁੜ ਪਾਉਂਦੇ ਨੇ ਇਸਤਰੀਆਂ ਉੱਧਰ ਦੀਆਂ। ਇੱਧਰ ਪੰਜਾਬ ਦੀ ਧਰਤੀ 'ਤੇ ਝਾਂਜਰਾਂ ਚੱਲਦੀਆਂ ਜਦ, ਅਤੇ ਰਾਜਸਥਾਨ ਵੱਲ ਚਲੇ ਜਾਓ ਅਤੇ ਉਹ ਜਿਹੜੀਆਂ ਰਾਜਸਥਾਨੀ ਮੁਟਿਆਰਾਂ ਨੇ ਜਿੱਥੇ ਝਾਂਜਰਾਂ ਪਾਉਂਦੀਆਂ ਨੇ ਨਾਲ ਬਿਛੂਏ ਵੀ ਪਾਉਂਦੀਆਂ ਨੇ। ਉਹ 5 ਉਂਗਲਾਂ ਪੈਰ ਦੀਆਂ ਜਿਹੜੀਆਂ ਹੁੰਦੀਆਂ ਨੇ, ਜਿਸ ਤਰ੍ਹਾਂ ਮੁੰਦਰੀਆਂ ਪੈਂਦੀਆਂ ਹੱਥਾਂ ਦੇ, ਇੱਦਾਂ ਉਹ 5 ਮੁੰਦਰੀਆਂ ਜਿਹੀਆਂ ਬਣੀਆਂ ਹੁੰਦੀਆਂ ਨੇ, ਉਹਨੂੰ ਬਿਛੂਏ ਕਹਿੰਦੇ ਹਨ ਜੀ। ਕਈ ਜੜਤੀ ਕਈ ਪ੍ਰੋਏ ਵਿਖਾਏ। ਕਈ ਜੜੇ ਹੋਏ ਨਗ ਹਨ ਤੇ ਕਈ ਜਿਹੜੇ ਹਨ ਮੋਤੀਆਂ ਦੀ ਮਾਲਾ ਵਾਂਗੂ ਪਰੋਏ ਹੋਏ ਨਗ ਹਨ ਜੀ। ਕਈ ਅੰਗੂਠੀ ਮੁਰਟਨ ਕੇਰੀ। ਕਈ ਉਂਗਲਾਂ ਦੀਆਂ ਅੰਗੂਠੀਆਂ ਹਨ ਮੋਤੀਆਂ ਦੀਆਂ, ਜਿਨ੍ਹਾਂ ਵਿੱਚ ਸੁੱਚੇ ਮੋਤੀ ਵੀ ਜੜੇ ਹੋਏ ਹਨ ਜੀ। ਬਾਜੂ ਬੰਦ ਹੋ ਜਗਾ ਕਨੇਰੀ। ਕਈ ਬਾਜੂ ਬੰਦ ਹਨ। ਬਾਜੂ ਬੰਦ ਨੂੰ ਅੰਗਦ ਵੀ ਕਹਿੰਦੇ ਨੇ ਤੇ ਬਹੁਦੇ ਵੀ ਕਹਿੰਦੇ ਨੇ। ਉੱਥੇ ਬਾਜੂ ਬੰਦ ਹੁੰਦੇ ਨੇ ਮੋਢੇ 'ਤੇ ਬੰਨ੍ਹਣ ਵਾਲੇ, ਆਂਦੇ ਕਈ ਬਾਜੂ ਬੰਦ ਹਨ ਤੇ ਕਈ ਮੱਥੇ ਦੇ ਉੱਤੇ ਜਿਹੜੀ ਕਲਗੀ ਲਾਉਂਦੇ ਹਨ ਜਿਗਾ, ਉਹ ਵੀ ਬੜੀਆਂ ਸੋਹਣੀਆਂ ਉਹਦੇ ਸੰਦੂਕੜੀ ਦੇ ਵਿੱਚ ਹਨ ਜੀ। ਸੁਰਾਹੀ ਪਿਆਲੇ ਉਸਕੈ ਮਏ। ਉਹਦੇ ਅੰਦਰ ਜਿਹੜੇ ਨੇ, ਹੇ ਮਾਲੀ ਸਿੰਘ ਮੇਰੀ ਗੱਲ ਸੁਣ, ਮੈਂ ਤੈਨੂੰ ਇੱਕ ਚੀਜ਼ ਜਿਹੜੀ ਮੈਨੂੰ ਚੇਤੇ ਹੈ ਮੈਂ ਤੈਨੂੰ ਉਹ ਦੱਸ ਰਿਹਾ ਕਿ ਉਹਦੇ ਅੰਦਰ ਨਾ ਬੜੀਆਂ ਸੋਹਣੀਆਂ ਸੁਰਾਹੀਆਂ ਹਨ ਸੋਨੇ ਚਾਂਦੀ ਦੀਆਂ, ਜਿਨ੍ਹਾਂ ਦੇ ਵਿੱਚ ਉਹ ਮਹਾਰਾਣੀ ਜਿਹੜੀ ਸੀ ਜਾਂ ਉੱਥੋਂ ਦੇ ਰਾਜੇ ਜਾਂ ਸ਼ਹਿਜ਼ਾਦੇ ਜਿਹੜੇ ਸਨ ਉਹ ਸ਼ਰਾਬਾਂ ਭਾਵ ਪੀਂਦੇ ਸਨ ਜੀ। ਸਵਰਨ ਘੜੇ ਜਵਾਹਰ ਕਈ ਵਸਤ। ਉੱਥੇ ਸੋਨੇ ਦੇ ਘੜੇ ਤੇ ਜਵਾਹਰਾਤ ਬਹੁਤ ਹਨ ਉਸ ਸੰਦੂਕੜੀ ਦੇ ਵਿੱਚ। ਕਹਾਂ ਲੱਗੇ ਤੋਹੇ ਆਖ ਸੁਣਾਓ। ਮੈਂ ਕਿਹੜੀ ਗੱਲ ਆਖਾਂ ਜਿਹੜੀ ਤੈਨੂੰ ਸੁਣਾ ਕੇ ਦੱਸਾਂ ਕਿ ਉਸ ਸੰਦੂਕੜੀ ਦੇ ਵਿੱਚ ਹੈ ਮਾਲੀ ਸਿੰਘ ਕੀ ਪਿਆ ਹੈ ਜੀ। ਤਬ ਪਤਿਆਉ ਜਬ ਅਕੀਨ ਦਿਖਾਉ। ਤੈਨੂੰ ਯਕੀਨ, ਪਤਿਆਉ ਦਾ ਅਰਥ ਹੁੰਦਾ ਹੈ ਯਕੀਨ, ਪਤਿਆ ਲੈਣਾ, ਯਕੀਨ ਦਵਾ ਦੇਣਾ। ਤੈਨੂੰ ਯਕੀਨ ਉਦੋਂ ਆਊਗਾ ਜਦੋਂ ਮੈਂ ਤੈਨੂੰ ਅੱਖੀ ਉਹ ਵਿਖਾਵਾਂਗਾ ਸੰਦੂਕੜੀ। ਫਿਰ ਤੈਨੂੰ ਇੱਦਾਂ ਨਹੀਂ ਯਕੀਨ ਆਉਣਾ ਕਿ ਮੈਂ ਜੋ ਕਹਿੰਦਾ ਪਿਆ ਹਾਂ ਉਹ ਸੱਚ ਹੈ। ਜਦੋਂ ਤੂੰ ਉਹ ਸੰਦੂਕੜੀ ਦੇਖੇਂਗਾ ਨਾ ਮੇਰੇ ਕਹਿਣ 'ਤੇ ਜਾਂ ਮੈਂ ਤੈਨੂੰ ਦਿਖਾਵਾਂਗਾ। ਹੇ ਮਾਲੀ ਸਿੰਘ ਸੁਣ, ਰਾਮਗੜੀਆ ਜੱਸਾ ਸਿੰਘ ਦੇ ਭਰਾ, ਤੈਨੂੰ ਫਿਰ ਯਕੀਨ ਆਉਣਾ ਹੈ ਜੀ। ਦੋਹਰਾ ਜਿਮ ਵਹਿ ਆਖੇ ਮਾਲ ਵੱਡ ਤਿਮ ਵੱਡ ਲੋਭ ਸੰਤਾਏ। ਆਂਦੇ ਜਿਵੇਂ ਉਹ ਦਿਲੇ ਰਾਮ ਦਾ ਪੁੱਤਰ ਕਹੀ ਜਾਂਦਾ ਸੀ ਨਾ, ਬੜਾ ਵੱਡਾ ਮਾਲ ਹੈ ਉਸ ਸੰਦੂਕੜੀ ਦੇ ਵਿੱਚ, ਤੇ ਤਿਉਂ ਮਾਲੀ ਸਿੰਘ ਨੂੰ ਨਾ ਲੋਭ ਜਿਹੜਾ ਸੀ ਨਾ ਹੁਣ ਸਤਾ ਰਿਹਾ ਹੈ। ਲਾਲਚ ਜਿਹੜਾ ਹੈ ਨਾ ਉਹ ਵੱਧਦਾ ਜਾ ਰਿਹਾ ਇਹਦਾ ਜੀ। ਲੋਭ ਲਗੈ ਜਨ ਪੁਰਸ਼ ਕੋ ਪਾਪੋਂ ਸੋ ਨਾ ਡਰਾਏ। ਸੋ ਗੁਰੂ ਕੀ ਸੰਗਤ ਜੀ, ਜਦੋਂ ਪੁਰਸ਼ ਨੂੰ ਲੋਭ ਲੱਗ ਜਾਂਦਾ ਹੈ, ਲੋਭੀ ਕਾਵੇ ਸਾਹੋ ਨ ਕੀਜੈ, ਇਹੋ ਜਿਹੇ ਲੋਭੀ ਬੰਦੇ ਨੂੰ ਜਦੋਂ ਲੋਭ ਲੱਗ ਜਾਂਦਾ ਹੈ, ਲਾਲਚ ਆ ਜਾਂਦਾ ਹੈ ਤੇ ਲਾਲਚ ਵਸ ਹੋ ਕਰਕੇ ਉਹ ਮਨੁੱਖ ਜਿਹੜਾ ਹੈ ਨਾ, ਫਿਰ ਕਹਿੰਦੇ ਨੇ ਪਾਪੋਂ ਸੋ ਨਾ ਡਰਾਏ। ਉਹ ਪਾਪ ਕਰਨ ਤੋਂ ਡਰਦਾ ਨਹੀਂ, ਉਹ ਫਿਰ ਧਰਮ ਨੂੰ ਨਹੀਂ ਪਹਿਚਾਣਦਾ, ਉਹਦੇ ਧਰਮ ਦੇ ਕਰਮ ਕਿਹੜੇ ਨੇ ਉਹਨਾਂ ਨੂੰ ਭੁੱਲ ਜਾਂਦਾ ਹੈ। ਉਹ ਮਾਂ ਧੀ ਬੇਟੀ ਵਾਈਫ ਆਦਿਕ ਸਕੇ ਸੰਬੰਧੀ ਰਿਸ਼ਤੇਦਾਰੀ ਬਰਾਦਰੀ ਜਿਹੜੀ ਹੈ ਉਹ ਵੀ ਭੁੱਲ ਜਾਂਦਾ ਹੈ ਜਦੋਂ ਲੋਭ ਦੇ ਵਿੱਚ ਆ ਜਾਂਦਾ ਹੈ। ਤੁਸੀਂ ਦੇਖਦੇ ਹੋ ਦੁਨੀਆ ਦੇ ਉੱਤੇ ਜਾਇਦਾਦਾਂ ਦੇ ਮਗਰ ਮਨੁੱਖ ਜਿਹੜਾ ਹੈ ਭਰਾ ਵੈਰੀ ਬਣ ਜਾਂਦਾ ਹੈ। ਇੰਨਾ ਲੋਭ ਜਾਇਦਾਦ ਦਾ ਜਿਹੜਾ ਹੈ ਉਹ ਮਨੁੱਖ ਨੂੰ ਸਿਰੇ ਚੜ੍ਹ ਕੇ ਬੋਲਦਾ ਹੈ। ਆਂਦੇ ਫਿਰ ਇਹ ਜਿਹੜਾ ਹੈ ਹੁਣ ਮਨੁੱਖ ਜਦੋਂ ਲੋਭ ਇੱਥੇ ਆ ਗਿਆ ਫਿਰ ਪਾਪ ਕਰਨੋਂ ਜਿਹੜਾ ਹੈ ਡਰਦਾ ਨਹੀਂ ਜੀ। ਸੁਣੀ ਜਬ ਵਸਤ ਸੰਦੂਕੜੀ ਮਾਲੀ ਸਿੰਘ ਤਰਖਾਨ। ਆਂਦੇ ਜਦੋਂ ਮਾਲੀ ਸਿੰਘ ਤਰਖਾਨ ਨੇ ਇਸ ਸੰਦੂਕੜੀ ਦੀ ਸਾਰੀ ਗੱਲਬਾਤ ਵੀ ਉਹਦੇ ਵਿੱਚ ਇਹ ਪਿਆ ਹੈ, ਇਹ ਸੁਣੀ ਹੈ ਗੱਲ, ਹੈਰਤ ਗਈ ਸੁਗਮ ਉਸ ਬਦਲਤ ਭਇਓ ਪੈਮਾਨ। ਉਹਦਾ ਦਿਮਾਗ ਹਿੱਲ ਗਿਆ।
ਹੈਰਤ ਪਈ ਸੋ ਗੁੰਮ। ਉਹਦਾ ਦਿਮਾਗ ਜਿਹੜਾ ਸੀ, ਬ੍ਰੇਨ ਜਿਹੜਾ ਸੀ, ਉਹਦੀ ਬੁੱਧੀ ਜਿਹੜੀ ਸੀ ਨਾ, ਉਹ ਹਿੱਲ ਗਈ। ਇਸ ਖਜ਼ਾਨੇ ਨੇ ਉਹਨੂੰ ਕਹਿ ਲਈਏ ਕਿ ਹਿਲਾ ਦਿੱਤਾ ਇੱਕ ਵਾਰੀ ਜ਼ਮੀਨ ਨੂੰ। ਤੇ ਇਸ ਕਰਕੇ ਆਂਦੇ ਉਹਦਾ ਜਿਹੜਾ ਈਮਾਨ ਸੀ ਨਾ, ਉਹ ਡੋਲ ਗਿਆ। ਹੈ ਸਿੱਖ ਸੀ ਪਰ ਹੁਣ ਸਿੱਖ ਨਹੀਂ ਰਿਹਾ। ਹੁਣ ਲੋਭ ਦੇ ਵਿੱਚ ਆ ਕਰਕੇ ਜਿਹੜਾ ਹੈ ਇਹ ਪਾਪੀ ਬਣ ਚੁੱਕਾ ਹੈ। ਇੱਕ ਸਾਧੂ ਦੇ ਕੋਲੋਂ ਇੱਕ ਗਿਆ ਬੰਦਾ ਸੇਵਾ ਕਰਨ ਬਹਿ ਗਿਆ ਤੇ 3-4 ਦਿਨ ਜਦੋਂ ਸੇਵਾ ਕੀਤੀ ਨਾ, ਸਾਧੂ ਖੁਸ਼ ਹੋਇਆ ਤੇ ਸਾਧੂ ਕਹਿੰਦਾ ਮੰਗ ਕੀ ਮੰਗਣਾ ਹੈ? ਆਂਦਾ ਮੰਗਣਾ ਕੀ ਹੈ? ਦੌਲਤ ਦੇ ਦੇ ਜਿੰਨੀ ਦੇ ਸਕਦਾ ਹੈ। ਦੁਨਿਆਵੀ ਮਨੁੱਖ ਸੀ, ਜੇ ਕਿਤੇ ਮੁਕਤੀ ਵੀ ਮੰਗ ਲੈਂਦਾ। ਇੱਕ ਸਾਧ ਬਚਨ ਅਟਲਤ। ਸਾਧੂਆਂ ਦੇ ਦਰ ਤੋਂ, ਪਿਆਰਿਆਂ ਦੇ ਦਰ ਤੋਂ, ਸੰਤਾਂ ਦੇ ਦਰ ਤੋਂ, ਬ੍ਰਹਮ ਗਿਆਨੀਆਂ ਦੇ ਦਰ ਤੋਂ, ਗੁਰਸੇਖਾਂ ਦੇ ਦਰ ਤੋਂ ਮੁਕਤੀ ਵੀ ਪ੍ਰਾਪਤ ਹੋ ਜਾਂਦੀ ਹੈ। ਕਿਉਂਕਿ ਬਾਣੀ ਆਖਦੀ ਹੈ ਨਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੁਰ ਮੁਖ ਲਾਵਾ। ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਜਿਨ ਨਾਨਕ ਸਤਿਗੁਰੂ ਪੂਜਿਆ, ਤਿਨ ਹਰ ਪੂਜ ਕਰਾਵਾ। ਜਿਹਨੇ ਗੁਰੂ ਨਾਨਕ ਨੂੰ ਪੂਜਿਆ ਹੈ ਨਾਨਕ, ਉਹਦੀ ਪੂਜਾ ਜਗਤ ਨੇ ਕੀਤੀ। ਤੇ ਇਹੋ ਜਿਹਾ ਮਨੁੱਖ ਜਿਹਨੇ ਨਾਨਕ ਨੂੰ ਪੂਜਿਆ, ਉਹਦੀ ਪੂਜਾ ਜਦੋਂ ਜਗਤ ਕਰਦਾ ਹੈ ਤੇ ਉਹਦੇ ਚਰਨਾਂ 'ਚ ਕੋਈ ਡਿੱਗਦਾ ਹੈ ਹਰੀ ਦੇ ਪਿਆਰੇ ਦੇ, ਤੇ ਉਹ ਤਾਰ ਦਿੰਦਾ ਹੈ। ਮੁਕਤੀ ਮੰਗ ਲੈਂਦਾ, ਮੁਕਤੀ ਮਿਲ ਜਾਣੀ ਸੀ, ਗੱਲ ਨਹੀਂ ਬਣੀ। ਮੰਗ ਲਏ ਪੈਸੇ ਤੇ ਸਾਧੂ ਨੇ 4 ਮੋਮਬੱਤੀਆਂ ਦੇ ਦਿੱਤੀਆਂ। 4 ਮੋਮਬੱਤੀਆਂ ਦੇ ਕੇ ਸਾਧੂ ਕਹਿੰਦਾ, ਪਹਿਲੀ ਮੋਮਬੱਤੀ ਜਦੋਂ ਕਿਤੇ ਤੈਨੂੰ ਲੋੜ ਪਵੇ ਤੇ ਜਗਾ ਲਈ ਤੇ ਤੁਰੀ ਪੂਰਬ ਵਾਲੇ ਪਾਸੇ। ਜਿੱਥੇ ਮੋਮਬੱਤੀ ਜਾ ਕੇ ਜਲਦੀ ਜਲਦੀ ਬੁਝ ਜਾਵੇ, ਉੱਥੇ ਰੁਕ ਜਾਵੇਂ ਤੇ ਉੱਥੋਂ ਜ਼ਮੀਨ ਪੁੱਟੀ ਤੈਨੂੰ ਮਿਲ ਜਾਵੇਗਾ ਪੈਸਾ। ਇੱਦਾਂ 4 ਦਿਸ਼ਾਵਾਂ ਦਾ ਜਦੋਂ ਜ਼ਿਕਰ ਕੀਤਾ ਤੇ ਚੌਥੀ ਦਿਸ਼ਾ ਤੇ ਕਹਿੰਦਾ ਹੈ ਕਿ ਆ ਚੌਥੀ ਮੋਮਬੱਤੀ ਜਿਹੜੀ ਹੈ ਇਹਨੂੰ ਭੁੱਲ ਭੁਲੇਖੇ ਨਾ ਜਗਾ ਲਈ। ਚਲ ਗਿਆ ਘਰ, ਸੋਚਦਾ ਰਿਹਾ ਸਾਰੀ ਰਾਤ। ਦਿਨ ਚੜ੍ਹਿਆ, ਦਿਨੇ ਵੀ ਸੋਚਦਾ ਹੈ ਕਿਤੇ ਸਾਧੂ ਦਾ ਕਿਹਾ ਹੋਇਆ ਬਚਨ ਖਾਲੀ ਤੇ ਨਹੀਂ, ਐਵੇਂ ਤੇ ਨਹੀਂ ਜਬਲੀਆਂ ਮਾਰਦਾ। ਜਗਾ ਕੇ ਦੇਖੀ ਅੱਜ ਰਾਤ ਨੂੰ ਮੋਮਬੱਤੀ। ਰਾਤ ਪਈ, ਮੋਮਬੱਤੀ ਜਗਾਈ, ਤੁਰਿਆ ਪੂਰਬ ਵਾਲੀ ਦਿਸ਼ਾ ਨੂੰ। ਜਿੱਥੇ ਬੁੱਝੀ ਟੋਇਆ ਫੁੱਟਿਆ, ਕੀ ਦੇਖਦਾ ਹੈ? ਪੈਸੇ ਨਿਕਲੇ ਉੱਥੋਂ। ਪੈਸੇ ਦੇਖ ਕੇ ਖੁਸ਼ ਹੋਇਆ, ਘਰ ਨੂੰ ਚੱਲਾ। ਕਹਿੰਦਾ ਮਣਾ, ਘਰ ਡਾਕੂ ਪੈ ਕੇ ਤੇ ਬਣੇਗਾ ਕੀ? ਇਹਨਾਂ ਪੈਸਿਆਂ ਨੂੰ ਇੱਥੇ ਦੱਬ ਦਈਏ, ਫਿਰ ਵੇਖਾਂਗੇ ਅੱਗੇ। ਰਾਤ ਲੰਘੀ, ਜੱਕਾ ਤੱਕਾ ਕਰਦੇ ਹਾਂ। ਸਵੇਰੇ ਫਿਰ ਸੋਚਦਾ ਹੈ। ਦਿਨ ਸੋਚਦਿਆਂ ਗੁਜ਼ਰਿਆ। ਦੂਜੀ ਰਾਤ ਆਈ, ਮੋਮਬੱਤੀ ਫਿਰ ਜਗਾਈ ਤੇ ਪੱਛਮ ਵੱਲ ਨੂੰ ਤੁਰਿਆ। ਜਿੱਥੇ ਮੋਮਬੱਤੀ ਬੁੱਝੀ ਉੱਥੇ ਜਾ ਕਰਕੇ ਫਿਰ ਟੋਇਆ ਫੁੱਟਿਆ ਤੇ ਉੱਥੋਂ ਫਿਰ ਅਸ਼ਰਫੀਆਂ ਨਿਕਲੀਆਂ। ਫਿਰ ਸੋਚਦਾ ਹੈ ਘਰ ਗਿਆ ਲੈ ਕੇ ਤੇ ਡਾਕੂ ਨਾ ਪੈ ਜਾਣ, ਚੋਰੀ ਨਾ ਹੋ ਜਾਵੇ ਤਾਂ। ਫਿਰ ਮਿੱਟੀ ਪਾਈ ਤੇ ਉਹਨੂੰ ਦੱਬ ਦਿੱਤਾ। ਤੀਜੇ ਦਿਨ ਫਿਰ ਇੱਦਾਂ। ਰਾਤ ਆਈ, ਮੋਮਬੱਤੀ ਜਗਾਈ ਤੇ ਹੁਣ ਦੱਖਣ ਵੱਲ ਨੂੰ ਤੁਰਿਆ। ਤੇ ਜਿੱਥੇ ਮੋਮਬੱਤੀ ਬੁੱਝੀ ਜਾ ਕੇ ਨਾ, ਉੱਥੇ ਟੋਇਆ ਫੁੱਟਿਆ ਤੇ ਉੱਥੇ ਸੋਨੇ ਦੀਆਂ ਮੋਹਰਾਂ। ਮਨ ਬੜਾ ਖੁਸ਼ ਹੈ ਵੀ ਆਹ ਤੇ ਕਮਾਲ ਹੀ ਹੋ ਗਈ ਹੈ। ਆ ਗਿਆ ਘਰ, ਫਿਰ ਦੱਬ ਆਇਆ ਮਿੱਟੀ ਦੇ ਵਿੱਚ ਆ ਗਿਆ। ਤੇ ਅੱਜ ਜਦੋਂ ਚੌਥੀ ਰਾਤ ਪਈ ਨਾ, ਦਿਨੇ ਪਹਿਲਾਂ ਸੋਚਦਾ ਰਿਹਾ। ਸਾਧੂ ਕਹਿੰਦਾ ਚੌਥੀ ਨਾ ਜਗਾਈ, ਉੱਥੇ ਜ਼ਰੂਰ ਹੀਰੇ ਜਵਾਹਰਾਤ ਹੋਣਗੇ। ਜਿਹੜਾ ਸਾਧੂ ਨੇ ਕਿਹਾ ਵੀ ਜਗਾਈ ਨਾ, ਇਹ ਹੁਣ ਸਾਧੂ ਨੂੰ ਨਹੀਂ ਦੇਣੇ, ਆਪਾਂ ਆਪ ਰੱਖ ਲੈਣੇ। ਸਾਧੂ ਵੀ ਕੀ ਯਾਦ ਕਰੇਗਾ ਸਾਨੂੰ ਵੀ ਚੌਥੀ ਦਿੱਤੀ ਸੀ, ਉਹ ਜਗਾਈ ਨਹੀਂ ਇਹਨੇ। ਅੱਜ ਮੈਂ ਜਗਾਵਾਂਗਾ ਜ਼ਰੂਰ। ਰਾਤ ਪਈ, ਮੋਮਬੱਤੀ ਜਗਾਈ। ਜਿੱਥੇ ਬੁੱਝੀ ਜਾ ਕਰਕੇ ਟੋਇਆ ਪੁੱਟਣ ਲੱਗਾ ਤੇ ਥੱਲੇ ਹੀ ਜਾਈ ਜਾਂਦਾ ਹੈ। ਜਿਉਂ-ਜਿਉਂ ਪੁੱਟਦਾ ਜਾਵੇ ਥੱਲੋਂ ਪੌੜੀਆਂ ਨਿਕਲੀਆਂ। ਪੌੜੀਆਂ ਨੂੰ ਸਾਫ਼ ਕੀਤਾ, ਇੱਕ ਦਰਵਾਜ਼ਾ ਆਇਆ। ਦਰਵਾਜ਼ਾ ਖੋਲ੍ਹਿਆ ਤੇ ਵਿੱਚ ਕਮਰਾ। ਕਮਰੇ ਦੇ ਵਿੱਚ ਫਿਰਿਆ, ਇੱਕ ਦਰਵਾਜ਼ਾ ਹੋਰ ਮਿਲਿਆ ਤੇ ਅੱਗੇ ਫਿਰ ਕਮਰਾ। ਉਹ ਕਮਰੇ ਦੇ ਵਿੱਚ ਕੀ ਦੇਖਦਾ ਹੈ? ਇੱਕ ਬੰਦਾ ਚੱਕੀ ਪੀ ਰਿਹਾ ਹੈ।
ਉਹ ਚੱਕੀ ਪੀਂਦੇ ਨੂੰ ਇਹਨੇ ਜਦੋਂ ਦੇਖਿਆ ਤੇ ਸੋਚਦਾ ਹੈ ਵੀ ਇਹ ਬੰਦਾ ਦੱਸੇਗਾ ਮੈਨੂੰ ਹੁਣ ਵੀ ਖਜ਼ਾਨਾ ਪਿਆ ਕਿੱਥੇ ਹੈ। ਹੁਣ ਉਹ ਚੱਕੀ ਵਾਲੇ ਨੇ ਇਹਨੂੰ ਇਸ਼ਾਰਾ ਕੀਤਾ ਵੀ ਆ ਜਾ ਮੇਰੇ ਵੱਲ। ਉਹ ਜਦੋਂ ਲਾਗੇ ਗਿਆ ਤੇ ਉਹਨੇ ਕਿਹਾ ਵੀ ਆ ਚੱਕੀ ਦਾ ਮੁੱਠਾ ਫੜ। ਉਹਨੇ ਜਦੋਂ ਮੁੱਠਾ ਫੜ ਲਿਆ, ਉਹ ਉੱਠਿਆ ਇੱਕਦਮ ਹੱਲੇ ਵਾਹ ਤੇ ਕਹਿੰਦਾ ਚੰਗਾ ਭਾਈ ਸਤਿ ਸ੍ਰੀ ਅਕਾਲ। ਜਿੱਥੋਂ ਤੂੰ ਹੋ ਕੇ ਆਇਆ ਉੱਥੋਂ ਮੈਂ ਵੀ ਹੋ ਕੇ ਆਇਆ ਸੀ। ਸਾਧੂ ਨੂੰ ਤੇਰੇ ਵਰਗੇ ਤੇ ਮੇਰੇ ਵਰਗੇ ਰੋਜ਼ ਹੀ ਟੱਕਰਦੇ ਨੇ। ਹਰ ਕੋਈ ਤਿੰਨ ਤੇ ਜਗਾ ਲੈਂਦਾ, ਚੌਥੀ ਜਿਹੜੀ ਹੈ ਨਾ ਉਹ ਵੀ ਜੁਰਤ ਕਰ ਲੈਂਦਾ ਜਗਾਉਣ ਦੀ। ਆਂਦਾ ਮੈਂ ਕਦੋਂ ਛੁੱਟਾਂਗਾ? ਆਂਦਾ ਬਸ ਜਦੋਂ ਤੇਰੇ ਵਰਗਾ ਕੋਈ ਹੋਰ ਚੌਥੀ ਜਗਾ ਲਵੇਗਾ ਨਾ ਆ ਕੇ, ਉਦੋਂ ਤੂੰ ਵੀ ਛੁੱਟ ਜਾਵੇਗਾ। ਇੱਦਾਂ ਦਾ ਲੋਭ ਹੈ ਸੰਸਾਰ ਦੇ ਉੱਤੇ। ਤੇ ਇਹ ਕਹਾਣੀ ਜਿਹੜੀ ਸਾਡੇ ਹਰ ਇੱਕ ਦੇ ਉੱਤੇ ਜਿਹੜੀ ਹੈ ਨਾ ਉਹ ਉੱਕਰ ਰਹੀ ਹੈ। ਆਪਾਂ ਵੀ ਇੱਦਾਂ ਹੀ ਕਰਦੇ ਆ, ਥੋੜ੍ਹੇ ਆ ਗਏ ਰੱਖ ਲਏ, ਜਮ੍ਹਾਂ ਕਰਾ ਦਈਏ ਬੈਂਕ ਦੇ ਵਿੱਚ, ਕੱਲ੍ਹ ਨੂੰ ਪੋਤੇ ਪੋਤਰੀਆਂ ਆਦਿਕ ਵਰਤਣਗੇ। ਪਰ ਨਾਲ ਗਿਆ ਹੈ, ਨਾਲ ਕਿਸੇ ਦੇ ਵੀ ਇਹ ਧਨ ਜਿਹੜਾ ਹੈ ਅੱਜ ਤੱਕ ਗੁਰੂ ਕੀ ਸੰਗਤ ਜੀ ਗਿਆਨੀ ਉਤ ਤੇ ਉਤ ਪੇਖੈ ਆਵੇ ਲੋਭੀ ਫਿਰ ਲੋਭ ਜਿਹੜਾ ਹੈ ਦੇਖ ਦੇਖ ਕੇ ਵੱਧਦਾ ਜਾਂਦਾ ਹੈ। ਇਹ ਕੀ ਹੁਣ ਸੋਚਦਾ ਹੈ ਕਿ ਇੰਨਾ ਕੁਝ ਉਹਨੇ ਦੱਸ ਦਿੱਤਾ। ਹੈਰਤ ਗਈ ਸੋ ਗੁੰਮ ਉਸ ਬਦਲਤ ਭਿਓ ਈਮਾਨ। ਲੋਭ ਕਰਕੇ ਦਿਮਾਗ ਘੁੰਮ ਗਿਆ ਤੇ ਈਮਾਨ ਜਿਹੜਾ ਹੈ ਉਹ ਚਕਨਾ ਚੂਰ ਹੋ ਗਿਆ ਜੀ। ਚੌਪਈ ਮਾਲੀ ਸਿੰਘ ਕੋ ਜਬ ਕੰਨ ਪਰੀ। ਮਾਲੀ ਸਿੰਘ ਦੇ ਗੱਲਾਂ ਜਦੋਂ ਇਹ ਕੰਨਾਂ ਦੇ ਵਿੱਚ ਗੂੰਜੀਆਂ ਹਨ ਜੀ। ਲੋਭ ਲਹਿਰ ਨਾਗਨ ਜਿਮਲਰੀ। ਆਂਦੇ ਲੋਭ ਦੀ ਲਹਿਰ ਏਦਾਂ ਦੱਸੀ ਹੈ ਜਿੱਦਾਂ ਕੋਈ ਨਾਗਣੀ ਕੋਈ ਸਪਣੀ ਜਿਹੜੀ ਹੈ ਮਨੁੱਖ ਨੂੰ ਡੰਗ ਮਾਰ ਜਾਵੇ ਜੀ। ਸ਼ਰੋਨ ਪੋਏ ਚੜ ਗਈ ਸੋ ਜ਼ਹਿਰ। ਆਂਦੇ ਕੰਨਾਂ ਦੇ ਵਿੱਚ ਜਦੋਂ ਉਹ ਆਵਾਜ਼ ਪਈ ਤੇ ਜ਼ਹਿਰ ਕੰਨਾਂ ਰਾਹੀਂ ਜਿਹੜਾ ਸੀ ਨਾ ਹਿਰਦੇ ਵਿੱਚ ਜਿਹੜਾ ਇਹਦੇ ਚੜ ਗਿਆ ਲੋਭ ਦਾ ਜੀ। ਬਿਨ ਬਟ ਕਾਰ ਰੂ ਮਿਟਾ ਡਿਮ ਲਹਿਰ। ਆਂਦੇ ਇੱਕ ਗਾਰੂ ਮੰਤਰ ਹੋਇਆ ਸੱਪ ਦਾ ਜ਼ਹਿਰ ਉਤਾਰਨ ਵਾਸਤੇ। ਤੇ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਗਾਰੂ ਮੰਤਰ ਹੈ। ਜਿੰਨਾ ਚੱਕਰ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਈ ਰੱਖਿਆ ਉਹਨਾਂ ਚੱਕਰ ਤੇ ਗੁਰੂ ਕਾ ਸਿੱਖ ਰਿਹਾ। ਹੁਣ ਜਦੋਂ ਲੋਭ ਆਇਆ ਈਮਾਨ ਵੀ ਜਿਹੜਾ ਹੈ ਉਹ ਇਹਦਾ ਡੋਲ ਗਿਆ ਹੈ ਤੇ ਉਹਦੇ ਕਰਕੇ ਕੀ ਹੋਇਆ, ਹੁਣ ਤੇ ਕੋਈ ਗੁਰੂ ਦਾ ਮੰਤਰ ਹੀ ਇਹਨੂੰ ਜਿਹੜਾ ਹੈ ਇਹਦੇ ਵਿੱਚੋਂ ਕੱਢ ਸਕਦਾ ਹੈ ਜੀ। ਚਿਤ ਮੈਂ ਚਿਤਵੈ ਹਵੈ ਸਵਾਈ। ਇਹ ਚਿੱਤ ਦੇ ਵਿੱਚ ਜਿਹੜਾ ਹੈ ਇਦਾਂ ਮਨ 'ਚ ਸੋਚਦਾ ਹੈ ਕਿ ਇਹ ਧਨ ਜਿਹੜਾ ਹੈ ਨਾ ਇਹ ਥੋੜ੍ਹਾ ਹੈ, ਹੋਰ ਸਵਾ ਸਵਾਈ ਭਾਵ ਹੋਰ ਵੀ ਇਸ ਤੋਂ ਵੱਧਦਾ ਜਾਵੇ ਜੀ। ਸਗਵਾਂ ਇਹ ਬਹੁ ਵੱਧਦੀ ਆਈ। ਇਹਦੀ ਇਹ ਲੋਭ ਦੀ ਰਹਿ ਜਿਹੜੀ ਸੀ ਨਾ ਦਿਨੋਂ ਦਿਨ ਹੁਣ ਕਹਿ ਲਈਏ ਵੱਧਦੀ ਜਾ ਰਹੀ ਹੈ ਜੀ। ਸੁਨਤ ਜਵਾਹ ਫਿਟ ਗਈ ਨੀਤ। ਜਦੋਂ ਇੰਨਾ ਕੁਝ ਇਹਨੇ ਸੁਣਿਆ ਕਿ ਸੰਦੂਕੜੀ ਦੇ ਵਿੱਚ ਇੰਨੇ ਜਵਾਹਰਾਤ ਪਏ ਨੇ ਤੇ ਇਹਦੀ ਨੀਤ ਜਿਹੜੀ ਹੈ ਨਾ ਉਹ ਫਿੱਟ ਗਈ ਭਾਵ ਇਹ ਕੁਰਾਹੇ ਪੈ ਗਿਆ ਜੀ। ਟੁੱਟ ਗਈ ਧਰਮ ਕਰਮ ਕੀ ਪ੍ਰੀਤ। ਨਾ ਹੁਣ ਧਰਮ ਰਿਹਾ ਨਾ ਕੋਈ ਧਰਮ ਦੇ ਨਾਂ ਦੇ ਉੱਤੇ ਕਰਮ ਰਿਹਾ। ਬਸ ਜੋ ਵੀ ਹੈ ਸੀ ਉਹ ਪਖੰਡ ਰੂਪ ਰਹਿ ਗਿਆ, ਧਰਮ ਵੀ ਉੱਡ ਗਿਆ ਇਹਦਾ ਜੀ। ਕਦੇ ਵਹਿ ਕਦ ਲੰਬੋ ਪਰਤ। ਤੇ ਹੁਣ ਮਨ ਦੇ ਵਿੱਚ ਇੱਕ ਅਚ ਵੀ ਉੱਠੀ ਹੈ ਤੇ ਇੰਨਾ ਕੁਝ ਸੁਣ ਕੇ ਵੀ ਇੰਨਾ ਧਨ ਹੈ ਉਸ ਸੰਦੂਕੜੀ ਦੇ ਵਿੱਚ, ਮੈਂ ਤੇ ਮਾਲਾ ਮਾਲ ਹੋ ਜਾਵਾਂਗਾ। ਇਸ ਕਰਕੇ ਨਾ ਹੁਣ ਜਦੋਂ ਇੰਨਾ ਕੁਝ ਸੁਣ ਲਿਆ, ਕਦੇ ਆਪਣੇ ਹੀ ਜਿੱਥੇ ਸਿੰਘਾਸਣ ਇਹਦਾ ਕਹਿ ਲਈਏ ਲੱਗਾ ਹੈ ਉਸ ਕਮਰੇ ਦੇ ਵਿੱਚ ਕਦੀ ਬੈਠਦਾ ਹੈ ਕਦੀ ਉੱਠਦਾ ਹੈ ਜੀ। ਕਦੇ ਬਹਿ ਕਦ ਲੰਬੋ ਪਰਤ। ਕਦੀ ਲੰਮੇ ਪੈ ਜਾਂਦਾ ਹੈ ਤੇ ਕਦੀ ਫਿਰ ਉੱਠ ਕੇ ਤੁਰਨ ਬਹਿ ਜਾਂਦਾ ਹੈ ਜੀ। ਕਦੇ ਤੁਰੇ ਕਦ ਉੱਠ ਕੇ ਖੜਤ। ਕਦੀ ਖੁੜ ਵਾਹਿਗੁਰੂ ਕਦੀ ਖੜ ਜਾਂਦਾ ਹੈ ਕਦੀ ਤੁਰ ਪੈਂਦਾ ਹੈ ਜੀ। ਲੱਗੀ ਅਜਲੀ ਕੰਪੈ ਉਸ ਦੇ। ਲੋਭ ਦਾ ਲਾਲਚ ਇੰਨਾ ਲੱਗਾ ਹੈ ਕਿ ਦੇਹ ਵੀ ਇਹਦੀ ਲੋਭ ਦੇ ਲਾਲਚ ਕਰਕੇ ਜਿਹੜਾ ਹੈ ਉਹ ਕੰਮਣ ਬਹਿ ਗਈ ਹੈ ਜੀ। ਚੱਲਿਓ ਜੱਸਾ ਸਿੰਘ ਪਹਿਲੇ ਆਦੇਹ। ਤੇ ਹੁਣ ਕੀ ਕਰਦਾ, ਕਹਿੰਦਾ ਆਪਣੇ ਵੱਡੇ ਭਰਾ ਨੂੰ ਦੱਸਾਂ ਜੱਸਾ ਸਿੰਘ ਨੂੰ ਜਾ ਕਰਕੇ ਕਿ ਇਹ ਪੈਸਾ ਹੁਣ ਜਿਹੜਾ ਹੈ ਇਹ ਧਨ ਜਿਹੜਾ ਹੈ ਕਿੱਦਾਂ ਆਪਣੇ ਕੋਲ ਆਵੇਗਾ ਜੀ। ਦੋਹਰਾ ਜੱਸਾ ਸਿੰਘ ਨੇ ਦੇਖਿਓ ਕਿਮ ਆਵਤ ਪਾਈ ਉਤਾਰ। ਜੱਸਾ ਸਿੰਘ ਦੇ ਵੱਲ ਜਦੋਂ ਇਹ ਗਿਆ ਨਾ ਤੇ ਸਰਦਾਰ ਜੱਸਾ ਸਿੰਘ ਰਾਮਗੜੀਆਂ ਨੇ ਦੇਖਿਆ ਕਿ ਮੇਰਾ ਭਰਾ ਮਾਲੀ ਸਿੰਘ ਬੜਾ ਉਤਾਵਲਾ ਹੋਇਆ ਤੁਰਿਆ ਆ ਰਿਹਾ ਏ, ਗੱਲ ਕੀ ਬਣੀ ਹੈ ਜੀ।
ਕਹਿ ਬੜ ਬਿਗੜਿਓ ਕੰਮ ਕੋ, ਕਹਿ ਬੜ ਨਿਕਸਿਓ ਮਾਲ। ਜੱਸਾ ਸਿੰਘ ਜੀ ਸੋਚਦੇ ਨੇ ਜਾਂ ਤਾਂ ਕੋਈ ਕੰਮ ਵਿਗੜ ਗਿਆ ਹੈ, ਕਿਸੇ ਮੋਹਤਵਾਰ ਬੰਦੇ ਨੂੰ ਇਹਨੇ ਝਟਕਾ ਦਿੱਤਾ ਹੈ, ਤੇ ਜਾਂ ਫਿਰ ਇਹਨੂੰ ਕਿਤੇ ਬਹੁਤਾ ਕੋਈ ਮਾਲ ਖਜ਼ਾਨਾ ਜਿਹੜਾ ਹੈ ਮਿਲ ਗਿਆ ਹੈ ਜੀ। ਜੋ ਬਈ ਉਸ ਤੇ ਸੁਣੀ ਸਭੀ ਇਨ ਕਹੀ। ਤੇ ਜਦੋਂ ਮਾਲੀ ਸਿੰਘ ਇਹਦੇ ਪਾਸ ਜਾਂਦਾ ਹੈ ਤੇ ਉਹਦੀ ਸਾਰੀ ਕਹੀ ਹੋਈ ਗੱਲ ਜਿਹੜੀ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਇਸ ਤਰ੍ਹਾਂ ਸੁਣੀ ਹੈ ਜੀ। ਬੜੀ ਚੀਜ਼ ਅਬ ਨਿਕਸ ਸੁਭਈ। ਇਹ ਭਾਈ ਮੇਰੇ ਜੱਸਾ ਸਿੰਘ ਰਾਮਗੜੀਆ, ਮੇਰੇ ਭਰਾ ਵੱਡੇ, ਸਾਨੂੰ ਬੜਾ ਵੱਡਾ ਖਜ਼ਾਨਾ ਮਿਲ ਗਿਆ ਹੈ ਜੀ। ਸੋ ਮੈਂ ਦੇਊਂਗੂ ਉਹਨੇ ਨਾ ਬਾਂਟ। ਹੁਣ ਏਦਾਂ ਕਰੀ, ਤੂੰ ਤੇ ਆਪਣੇ ਨਾਲ ਕਨ੍ਹਈਆ ਨੂੰ ਰਲਾਇਆ ਹੋਇਆ ਹੈ, ਤੇ ਜੋ ਵੀ ਚੀਜ਼ ਆਉਂਦੀ ਤੂੰ ਵੰਡ ਕੇ ਖਾਂਦਾ ਉਹਨਾਂ ਦੇ ਨਾਲ, ਪਰ ਮੈਂ ਨਹੀਂ ਹੁਣ ਵੰਡਣੀ। ਬੜਾ ਵੱਡਾ ਖਜ਼ਾਨਾ ਹੱਥ ਲੱਗਾ ਹੈ ਜੀ। ਜਿਹ ਬਿਦ ਰਹਿ ਦਸੋ ਨੋ ਠਾਟ। ਉਹ ਕਿਸੇ ਤਰੀਕਾ ਮੈਨੂੰ ਇਹੋ ਜਿਹਾ ਦੱਸ ਦੇ ਜਿਹਦੇ ਨਾਲ ਉਹ ਸੰਦੂਕੜੀ ਜਿਹੜੀ ਹੈ ਸਾਡੇ ਹੱਥ ਆ ਜਾਵੇ, ਆਪਾਂ ਕਨ੍ਹਈਆ ਨੂੰ ਨਹੀਂ ਦੇਣੀ ਜੀ। ਜੱਸਾ ਸਿੰਘ ਸੋ ਆਂਖ ਚੁਰਾਈ। ਜਦੋਂ ਜੱਸਾ ਸਿੰਘ ਨੇ ਆਪਣੇ ਭਰਾ ਦੇ ਇੰਨੇ ਬਚਨ ਸੁਣੇ ਨਾ ਗੁਰ ਕੀ ਸੰਗਤ ਜੀ, ਤੇ ਜੱਸਾ ਸਿੰਘ ਨੇ ਅੱਖਾਂ ਨੀਵੀਆਂ ਕਰ ਲਈਆਂ। ਕਾਰਨ ਦੱਸਾਂ ਕੀ ਸੀ? ਜੱਸਾ ਸਿੰਘ ਹਾਲਾਂਕਿ ਸਿਆਸਤ ਨੂੰ ਬੜੀ ਦੂਰ ਦੀ ਸੋਚਣੀ ਨਾਲ ਸੋਚਦਾ ਸੀ, ਪਰ ਉਹ ਗੁਰੂ ਘਰ ਦਾ ਪ੍ਰੇਮੀ ਬੜਾ ਸੀ। ਬਾਣੀ ਉਹਦੇ ਹਿਰਦੇ 'ਚ ਚੱਲਦੀ ਰਹਿੰਦੀ ਸੀ, ਅੱਠੇ ਪੈਰ ਨਿਤਨੇਮੀ ਸੀ। ਕਦੀ ਉਹਨੇ ਥੋੜੇ ਕਿਤਿਆਂ ਪਾਪ ਨਹੀਂ ਸੀ ਕਮਾਇਆ। ਪਰ ਇਹ ਜਿਹੜਾ ਮਾਲੀ ਸਿੰਘ ਸੀ, ਇਹ ਹੁਣ ਲੋਭੀ ਹੋ ਚੁੱਕਾ ਸੀ ਧਨ ਕਰਕੇ, ਤੇ ਦੋਨਾਂ ਦੇ ਕਰਮ ਜਿਹੜੇ ਬਦਲ ਗਏ। ਇੱਕ ਧਰਮੀ ਹੈ ਤੇ ਇੱਕ ਪਾਪੀ ਬਣ ਚੁੱਕਾ ਹੈ। ਹੁਣ ਪਾਪੀ ਨੇ ਜਿਹੜਾ ਹੈ ਧਰਮੀ ਨੂੰ ਜਦੋਂ ਆ ਕੇ ਦੱਸਿਆ, ਤੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਸੋਚਦੇ ਨੇ ਕਿ ਮੇਰਾ ਭਰਾ ਗੱਲਾਂ ਕਿੱਦਾਂ ਦੀਆਂ ਕਰ ਰਿਹਾ ਹੈ। ਕਨ੍ਹਈਏ ਵਾਲੇ ਤੇ ਸਾਡੇ ਨਾਨਕੇ ਪਿੰਡ ਦੇ ਨੇ, ਆਪਾਂ ਇਕੱਠੇ ਬੈਠ ਕੇ ਲੰਗਰ ਪਕਾਉਂਦੇ, ਇਕੱਠੇ ਛਕਦੇ, ਜੋ ਚੀਜ਼ ਆਉਂਦੀ ਇਕੱਠੇ ਅੱਧੀ ਅੱਧੀ ਵੰਡਦੇ ਹਾਂ, ਤੇ ਇਹ ਗੱਲਾਂ ਹੀ ਜਿਹੜੀਆਂ ਹਾਂ ਇਹ ਲਾਲਚ ਵਾਸਤੇ ਨਹੀਂ ਕਿਤੇ ਹੋ ਗਿਆ। ਏਦਾਂ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਸੋਚਦੇ ਹਨ ਜੀ। ਹਿਮਨ ਹੈ ਕਹਿਓ ਬਨੈ ਸੁਨ ਭਾਈ। ਤੇ ਕਹਿਣ ਲੱਗਾ ਸਰਦਾਰ ਜੱਸਾ ਸਿੰਘ ਰਾਮਗੜੀਆ ਆਪਣੇ ਮਾਲੀ ਸਿੰਘ ਭਰਾ ਨੂੰ, ਇਹ ਮਾਲੀ ਸਿੰਘ ਜਿਹੜੀਆਂ ਗੱਲਾਂ ਤੂੰ ਕਰਦਾ ਹੈ ਨਾ, ਏਦਾਂ ਸਾਡੀ ਬਨ ਨਹੀਂ ਆਉਣੀ ਕਨ੍ਹਈਆ ਦੇ ਨਾਲ। ਹਮਨੈ ਉਨਨੈ ਨੇਮ ਕਰ ਲੀਏ। ਦੇਖ ਉਹ ਸਾਡੇ ਨਾਨਕੇ ਪਿੰਡ ਦੇ ਨੇ, ਆਪਾਂ ਸ਼ੁਰੂ ਤੋਂ ਇਕੱਠੇ ਚੱਲਦੇ ਆ ਰਹੇ ਨੇ, ਤੇ ਆਪਾਂ ਇੱਕ ਦੂਜੇ ਦੇ ਨਾਲ ਇਹ ਨੇਮ ਪੱਕੇ ਕੀਤੇ ਹੋਏ ਨੇ ਵੀ ਕਿਤੇ ਵੀ ਆਪਾਂ ਲੁੱਟ ਕਰਾਂਗੇ ਉਹ ਅੱਧਾ ਅੱਧਾ ਵੰਡਾਂਗੇ। ਤੇ ਹੁਣ ਜਦੋਂ ਤੇਰੇ ਕਹਿਣ ਤੇ ਜੇ ਮੈਂ ਮੁੱਕਰਿਆ ਤੇ ਇਹ ਵਿਵਾਦ ਵਾਲੀ ਗੱਲ ਜਿਹੜੀ ਹੈ ਪੈਦਾ ਹੋ ਜਾਵੇਗੀ ਜੀ। ਨੇਮ ਹਾਰੀ ਕਿਤ ਜੀਵਨ ਜੀਏ। ਤੇ ਜਿਹੜਾ ਬੰਦਾ ਆਪਣੇ ਬਚਨਾਂ ਤੋਂ ਹਾਰ ਜਾਵੇ ਤੇ ਫਿਰ ਉਹਦਾ ਜੀਵਨ ਕਾਹਦਾ ਹੈ? ਬਚਨ ਕਰੈ ਤੈ ਖਿਸਕ ਜਾਏ ਸੋਈ ਨਰ ਕੱਚਾ। ਜਿਹੜਾ ਬਚਨ ਕਰ ਦਵੇ ਉਹਦੇ ਬਾਅਦ ਮੁੱਕਰ ਜਾਵੇ ਤੇ ਉਹ ਨਰ ਕੱਚਾ ਬਣ ਜਾਂਦਾ ਹੈ। ਇਸ ਕਰਕੇ ਕਾਹਦਾ ਜੀਵਨ ਹੈ ਜੇ ਆਪਾਂ ਕੀਤੇ ਹੋਏ ਵਾਅਦੇ ਭੁੱਲ ਗਏ। ਧਰਮ ਹਾਰ ਜੋ ਦਰਬ ਕਮਾਇਓ। ਆਂਦਾ ਮੈਂ ਧਰਮ ਹਾਰ ਜਾਵਾਂਗਾ ਜੇ ਇਸ ਦਰਬ ਨੂੰ ਮੈਂ ਕਮਾ ਲਿਆ, ਭਾਵ ਜੇ ਇਸ ਖਜ਼ਾਨੇ ਨੂੰ ਅਪਣਾ ਲਿਆ ਤੇ ਫਿਰ ਮੈਨੂੰ ਧਰਮ ਜਿਹੜਾ ਹੈ ਉਹ ਹਾਰਨਾ ਪੈਣਾ ਹੈ। ਹੋਤ ਅਜਸ ਔਰ ਰਹਿਤ ਸੁਜਾਇਓ। ਤੇ ਜਿਹੜਾ ਹੈ ਨਾ ਅਪਜਸ ਹੋਵੇਗਾ, ਭਾਵ ਜਸ ਘਟ ਜਾਵੇਗਾ ਸਾਡਾ ਰਾਮਗੜੀਆਂ ਦਾ, ਤੇ ਸੰਸਾਰ ਦੇ ਵਿੱਚ ਵੀ ਬਦਨਾਮੀ ਹੋਵੇਗੀ ਜੀ। ਮਾਲੀ ਸਿੰਘ ਕਹੈ ਮੈਂ ਡਰੋਂ ਸੋ ਨਾਹੀ। ਤੇ ਮਾਲੀ ਸਿੰਘ ਕਹਿਣ ਲੱਗਾ ਉਹ ਮੇਰੇ ਭਰਾਵਾ ਜੱਸਾ ਸਿੰਘ ਰਾਮਗੜੀਆ ਜੀ, ਤੁਸੀਂ ਮੇਰੇ ਵੱਡੇ ਭਰਾ ਜੇ, ਮੇਰੀ ਗੱਲ ਸੁਣੋ, ਮੈਂ ਨਹੀਂ ਇਸ ਕੰਮ ਕਰਨ ਤੋਂ ਹਟਣਾ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਵੋ ਜੀ। ਮੇਰੀ ਸੁਰਤ ਗਈ ਮਨ ਮਾਹੀ। ਮੇਰੀ ਸੁਰਤ ਤਾਂ ਹੁਣ ਬਸ ਉਸ ਸੰਦੂਕੜੀ ਦੇ ਵਿੱਚ ਲੱਗੀ ਹੋਈ ਹੈ। ਮੈਂ ਉਨ ਦੇਖੈ ਜੀਵੋ ਨਾਹੀ। ਉਹ ਜੇ ਮੈਂ ਉਹਨਾਂ ਕਨ੍ਹਈਆ ਨੂੰ ਇਹ ਸੰਦੂਕੜੀ ਦੇ ਦਿੱਤੀ ਤੇ ਮੈਂ ਨਹੀਂ ਜਿੰਦੇ ਰਹਿਣਾ। ਹਰ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ, ਮੈਂ ਮਰ ਜਾਣਾ ਹੈ, ਉਹ ਮੇਰੀ ਜਾਨ ਹੈ ਪੈਸਾ। ਮੈਂ ਉਨ ਸੰਗ ਦਿਓ ਪ੍ਰਾਨ ਗਵਾਏ। ਜੇ ਤੂੰ ਉਹਨਾਂ ਨੂੰ ਉਹ ਪੈਸਾ ਦੇ ਦਿੱਤਾ ਅੱਧਾ, ਤੇ ਮੈਂ ਆਪਣੇ ਇੱਥੇ ਪ੍ਰਾਣ ਜਿਹੜੇ ਨੇ ਨਾ ਕਿਰਪਾਨ ਦੇ ਨਾਲ ਆਪਣਾ ਗਾਟਾ ਵੱਢ ਲੈਣਾ ਹੈ ਜੀ। ਪਹਿਲੇ ਹਵੇਲੀ ਅਸਾਂ ਸੀ ਰੋਗੀ। ਤੂੰ ਮੇਰੀ ਗੱਲ ਸੁਣ ਮੇਰੇ ਵੱਡੇ ਭਰਾ,
ਉਹ ਜਿਹੜੀ ਦਇਆ ਰਾਮ ਦੀ ਹਵੇਲੀ ਸੀ ਨਾ, ਦਿਲੇ ਰਾਮ ਦੀ, ਉਹ ਹਵੇਲੀ ਤਾਂ ਪਹਿਲਾਂ ਆਪਾਂ ਰੋਕੀ ਸੀ, ਹੋਰ ਕਿਸੇ ਨੇ ਥੋੜਾ ਰੋਕੀ ਸੀ, ਆਪਾਂ ਹੀ ਰਾਮਗੜੀਏ ਅੱਗੇ ਆਏ ਸਾਂ। ਤੈਂ ਹੀ ਰਲਾਏ ਕਨੈਨ ਮੈਂ ਝੋਕੀ। ਆਂਦਾ ਮੈਂ ਕੀ ਕਰਾਂ, ਹੁਣ ਕਨ੍ਹਈਆ ਨੂੰ ਤੇ ਵਿੱਚ ਤੂੰ ਰਲਾਇਆ, ਤੂੰ ਹੀ ਉਹਨਾਂ ਨਾਲ ਜਿਹੜੀ ਰੋਟੀ ਪਾਣੀ ਦੀ ਸਾਂਝ ਇਕੱਠੀ ਕੀਤੀ ਹੈ। ਮੈਂ ਤੈਨੂੰ ਥੋੜਾ ਕਿਹਾ ਸੀ ਕਿ ਉਹਨਾਂ ਨੂੰ ਇਕੱਠੇ ਕਰ, ਹੁਣ ਦੇਖਿਆ ਇੰਨਾ ਵੱਡਾ ਸਾਡੇ ਹੱਥ ਖਜ਼ਾਨਾ ਲੱਗਾ ਤੇ ਤੂੰ ਫਿਰ ਕਹਿਣਾ ਪਿਆ ਏ ਵੀ ਆਪਾਂ ਅੱਧਾ ਅੱਧਾ ਵੰਡ ਲਈਏ। ਮੈਂ ਨਹੀਂ ਏਦਾਂ ਕਰਨਾ। ਦੋਹਰਾ ਜੱਸਾ ਸਿੰਘ ਤਬ ਹਿਮ ਕਹਿਓ। ਉਦੋਂ ਸਰਦਾਰ ਜੱਸਾ ਸਿੰਘ ਜੀ ਉਹਨਾਂ ਨੇ ਇਸ ਤਰ੍ਹਾਂ ਕਹਿਣਾ ਕੀਤਾ ਹੈ ਜੀ। ਅਬ ਹਮ ਜਾਣਤ ਯਾਹੇ। ਆਪਾਂ ਆਂਦਾ ਹੁਣ ਮੈਂ ਇਹ ਗੱਲ ਜਿਹੜੀ ਹੈ ਜਾਣ ਗਿਆ ਹਾਂ ਜੀ। ਦਿਲੇ ਰਾਮ ਕੇ ਘਰ ਵਿਖੇ ਇਤੀ ਪੜੀ ਬਲਾਏ। ਹਰਨਾਥੋ ਸਤਨਾਮ ਸ੍ਰੀ ਵਾਹਿਗੁਰੂ। ਬੁਲਾਏ ਮਾਇਆ ਨੂੰ ਜਿਹੜਾ ਹੈ ਨਾ ਬਲਾ ਕਹਿ ਦਿੱਤਾ। ਆਪਾਂ ਕਹਿੰਦਾ ਭੂਤ ਨਹੀਂ ਦੇਖੇ ਤੇ ਮਾਇਆ ਦੇ ਪਿੱਛੇ ਲੱਗ ਜਾਓ, ਫਿਰ ਭੂਤ ਆਪੇ ਦਿਨੇ ਦੇ ਪਹਿਰੇ। ਰਿਸ਼ਤੇਦਾਰ ਵੀ ਭੂਤ ਹੀ ਜਾਪਦੇ, ਫਿਰ ਸਕੇ ਸੰਬੰਧੀ ਭੂਤ ਲੱਗਣ ਬਹਿ ਜਾਣਗੇ। ਜਦੋਂ ਬੰਦੇ ਕੋਲ ਮਾਇਆ ਆ ਗਈ ਨਾ ਤੇ ਮਾਇਆ ਧਾਰੀ ਅੰਨਾ ਬੋਲ, ਉਹਨੂੰ ਵੇਖਦਾ ਨਹੀਂ ਮਾਂ ਕੀ, ਧੀ ਕੀ, ਭੈਣ ਕੀ, ਬੇਟੀ ਕੀ, ਗਵਾਂਢੀ ਕੀ ਆਦਿਕ। ਕਹਿੰਦਾ ਹੁਣ ਮੈਨੂੰ ਪਤਾ ਕਿ ਦਿਲੇ ਰਾਮ ਦੀ ਹਵੇਲੀ ਦੇ ਵਿੱਚੋਂ ਕਿਉਂ ਲੁੱਟ ਖਸੁੱਟ ਹੋ ਰਹੀ ਸੀ। ਤੇ ਇਹ ਜਿਹੜਾ ਹੈ ਨਾ ਮੇਰਾ ਭਰਾ ਮਾਲੀ ਸਿੰਘ, ਇਹਨੂੰ ਹੁਣ ਉਸ ਮਾਇਆ ਰੂਪੀ ਬਲਾ ਨੇ ਜਿਹੜਾ ਨੇ ਆਪਣੇ ਵੱਸ ਦੇ ਵਿੱਚ ਕਰ ਲਿਆ। ਮਾਲੀ ਸਿੰਘ ਨੂੰ ਹੁਣ ਮੈਨੂੰ ਪਤਾ ਲੱਗਾ ਕਿ ਲੋਕੀ ਕਹਿੰਦੇ ਬਲਾਵਾਂ ਕਿਹੜੀਆਂ ਹੁੰਦਾ ਨੇ, ਤੇ ਅੱਜ ਪਤਾ ਲੱਗਾ ਕਿ ਬਲਾ ਜਿਹੜੀ ਹੈ ਇਹ ਮਾਇਆ ਵੀ ਹੁੰਦੀ ਹੈ। ਇਹ ਮਾਇਆ ਰੂਪੀ ਬਲਾ ਨੇ ਮੇਰੇ ਭਰਾ ਨੂੰ ਜਿਹੜਾ ਹੈ ਆਪਣੇ ਨਾਲ ਜਕੜ ਲਿਆ ਹੈ ਜੀ। ਚੌਪਈ ਜੱਸਾ ਸਿੰਘ ਫਿਰ ਬਹੁ ਸਮਝਾਇਆ। ਸੋ ਇਸ ਪ੍ਰਕਾਰ ਸਰਦਾਰ ਜੱਸਾ ਸਿੰਘ ਜੀ ਆਪਣੇ ਭਰਾ ਨੂੰ ਬੜਾ ਸਮਝਾ ਰਹੇ ਨੇ। ਅੱਗੇ ਗਾਥਾ ਕਿਸ ਤਰ੍ਹਾਂ ਚੱਲਦੀ ਹੈ, ਕਵੀ ਰਾਜ ਜੀ ਕਿਸ ਤਰ੍ਹਾਂ ਇਸ ਗਾਥਾ ਦੀ ਸੰਪੰਨਤਾ ਕਰਦੇ ਹਨ ਤੇ ਕਿਸ ਤਰ੍ਹਾਂ ਫਿਰ ਇਹ ਵਧਿਆ ਹੋਇਆ ਵਿਵਾਦ ਆਪਣੇ ਹੱਲ ਤੱਕ ਪਹੁੰਚਦਾ ਹੈ, ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ। ਭੁੱਲਾਂ ਦੀ ਖਿਮਾ ਵਿਸਰ ਨਹੀਂ ਦਾਤਾ।